ਕਿ ਜਾਂ ਅਸੀਂ ਉਹਦਾ ਵਿਰੋਧ ਕਰਾਂਗੇ ਤੇ ਜਾਂ ਫਿਰ ਅਸੀਂ ਉਸਦੇ ਅਨੁਸਾਰ ਹੀ ਹੋਵਾਂਗੇ। ਇੱਕ ਗੱਲ ਸਾਨੂੰ ਹੋਣਾ ਹੀ ਪਊਗਾ। ਸੋ ਪਾਪ ਪੁੰਨ ਸਭ ਬੇਦੀ ਦ੍ਰਿੜਾਇਆ, ਭਾਵ ਕਿ ਤੁਸੀਂ ਗਿਆਨੀਆਂ ਨੇ ਜਿਨ੍ਹਾਂ ਨੇ ਵੇਦ ਚੋਂ ਪੜ੍ਹ ਕੇ ਬਾਟ ਪਾੜੀ ਹੈ, ਪਾਹਨ ਬੋਡੀ ਪ੍ਰਥਮੀ ਪੰਡਤ ਪਾੜੀ ਬਾਟ, ਪੰਡਤ ਨੇ ਫਿਰ ਇਹ ਆਪ ਉਹਨੂੰ ਬਦਲਿਆ। ਕਿਉਂਕਿ ਜਿਹੜਾ ਪਾਪ ਪੁੰਨ ਦਰਗਾਹ ਵਾਲਾ ਵੇਦ 'ਚ ਲਿਖਿਆ ਹੋਇਆ ਸੀ ਜਾਂ ਗੁਰਬਾਣੀ 'ਚ ਲਿਖਿਆ, ਜੇ ਤਾਂ ਉਹ ਹੂਬਹੂ ਉਵੇਂ ਦੱਸਦੇ ਫਿਰ ਤਾਂ ਸੰਸਾਰ 'ਚ ਕਿਸੇ ਨੇ ਉਹਨਾਂ ਦੀ ਪੂਜਾ ਹੀ ਨਹੀਂ ਸੀ ਕਰਨੀ। ਕਿਉਂਕਿ ਵੇਦ 'ਚ ਜਾਂ ਗੁਰਬਾਣੀ ਦਾ ਲਿਖਿਆ ਵੀ ਆਪਾਂ ਸਾਰੇ ਭਾਈ ਹਾਂ, ਆਪਾਂ ਸਾਰੇ ਇੱਕ ਪਰਿਵਾਰ ਦੇ ਮੈਂਬਰ, ਆਪਾਂ ਰਲ ਕੇ ਵਿਚਾਰਾਂ ਕਰਨੀਆਂ ਨੇ, ਰਲ ਕੇ ਸਾਰਾ ਕੁਝ ਕਰਨਾ। ਜੇ ਕਿਸੇ ਕੋਲ ਵੱਧ ਗਿਆਨ ਆ ਦੂਜੇ ਨੂੰ ਦਿਓ, ਉਹ ਵੀ ਬਰਾਬਰ ਦਾ ਗਿਆਨ ਪ੍ਰਾਪਤ ਕਰੇ। ਜੇ ਹੁਣ ਨਿਰੀ ਪੂਰੀ ਗੁਰਬਾਣੀ ਵਾਲੀ ਨਿਰੀ ਹੋਈ ਗੱਲ ਕੋਈ ਕਹਿਣ ਲੱਗ ਜਾਵੇ ਫਿਰ ਤਾਂ ਗੱਲ ਹੀ ਨਹੀਂ ਬਣਨੀ। ਜੋ ਅੱਜ ਸੰਸਾਰ ਦੇ ਵਿੱਚ ਚੱਲ ਰਿਹਾ ਹੈ ਹੋਣਾ ਹੀ ਨਹੀਂ ਗੁਰਬਾਣੀ ਦੇ ਹਿਸਾਬ ਨਾਲ। ਤਾਂ ਪੰਡਤ ਨੇ ਕਿਹਾ ਵੀ ਫਿਰ ਤਾਂ ਮੈਂ ਗੁਰੂ ਬਣ ਹੀ ਨਹੀਂ ਸਕਦਾ ਇੱਥੇ। ਜੇ ਮੈਂ ਹੁਣ ਇਹਨਾਂ ਨੂੰ ਭਾਈ ਉਹ ਕਹਿਣ ਲੱਗਾ ਫਿਰ ਤਾਂ ਮੇਰੇ ਬਰਾਬਰ ਦੇ ਹੀ ਨੇ, ਫਿਰ ਤਾਂ ਮੇਰੀ ਪੂਜਾ ਪ੍ਰਤਿਸ਼ਠੇ ਨੂੰ, ਫਿਰ ਤਾਂ ਮੈਨੂੰ ਵੀ ਕੰਮ ਕਰਨੇ ਪੈਣਗੇ। ਸੋ ਉਹਨੇ ਆਪਣਾ ਆਪ ਨੂੰ ਬਚਾਉਣ ਦੇ ਲਈ ਇੱਕ ਆ ਚੀਜ਼ ਘੜਤੀ, ਐਸਾ ਪ੍ਰਚਾਰ ਉਹਨੇ ਕਰਤਾ। ਕਿਉਂਕਿ ਵਿੱਦਿਆ ਉਹਨਾਂ ਦੇ ਕੋਲ ਸੀਗੀ, ਆਮ ਲੋਕਾਂ ਨੂੰ ਪੜ੍ਹਨ ਤੋਂ ਮਨਾਹੀ ਸੀਗੀ। ਔਰ ਉਹ ਜਦੋਂ ਗੱਲਾਂ ਸਿਮਰਤ ਸ਼ਾਸਤਰ ਬਣ ਗਏ, ਪੁਰਾਣ ਲਿਖੇ ਗਏ, ਉਹਨਾਂ ਦਾ ਪ੍ਰਚਾਰ ਉਹਨੇ ਆਮ ਪਬਲਿਕ 'ਚ ਕੀਤਾ। ਆਮ ਪਬਲਿਕ ਦੇ ਅੰਦਰ ਫਿਰ ਉਹ ਗੱਲਾਂ ਵਸ ਗਈਆਂ ਵੀ ਦੇਖੋ ਜੀ ਵੇਦ 'ਚ ਹੀ ਲਿਖਿਆ। ਜਿਵੇਂ ਅੱਜ ਵੀ ਕਰੋੜਾਂ ਸਾਖੀਆਂ ਨੇ, ਕਰੋੜਾਂ ਪ੍ਰਸੰਗ ਬਣਾ ਕੇ ਗੁਰਬਾਣੀ ਦੇ ਨਾਲ ਜੋੜ ਕੇ ਸੁਣਾ ਦਿੱਤੇ ਗਏ, 500-700 ਸਾਲ ਤੋਂ ਸੁਣਦੇ ਆਏ। ਉਹ ਹੁਣ ਇੰਨੇ ਦਿਮਾਗ 'ਚ ਵਸ ਗਏ ਕਿ ਉਹੀ ਸੱਚ ਹੈ। ਪਰ ਜਦੋਂ ਹੁਣ ਗੁਰਬਾਣੀ ਤੋਂ ਪੁੱਛਣਾ ਸ਼ੁਰੂ ਕੀਤਾ ਵੀ ਤੁਸੀਂ ਤਾਂ ਮਾੜਾ ਮੋਟਾ ਕੁਝ ਦੱਸੋ, ਜਦੋਂ ਗੁਰਬਾਣੀ 'ਚੋਂ ਦੇਖਿਆ ਤੇ ਗੁਰਬਾਣੀ ਕਹਿੰਦੇ ਵੀ ਮੈਂ ਤਾਂ ਇਸ ਤਰ੍ਹਾਂ ਕਿਹਾ ਨਹੀਂ ਹੈਗਾ। ਫਿਰ ਅੰਦਰ ਹਲਚਲ ਪੈਦਾ ਹੁੰਦੀ ਹੈ ਵੀ ਫਿਰ ਗੱਲ ਕੀ ਹੈ। ਫਿਰ ਗੁਰਬਾਣੀ ਕਹਿੰਦੀ ਵੀ ਜੇ ਤਾਂ ਤੁਸੀਂ ਮੇਰੇ ਵਾਲੇ ਪਾਸੇ ਚੱਲਣਾ ਫਿਰ ਤਾਂ ਤੁਹਾਨੂੰ ਐਂ ਕਰਨਾ ਪਊਗਾ, ਜੇ ਤੁਸੀਂ ਸੰਸਾਰ ਵਾਲੇ ਪਾਸੇ ਚੱਲਣਾ ਫਿਰ ਤੁਹਾਨੂੰ ਐਂ ਕਰਨਾ। ਇਹ ਹੁਣ ਤੁਸੀਂ ਰਸਤਾ ਚੁਣਨਾ ਵੀ ਕਿੱਧਰ ਨੂੰ ਚੱਲਣਾ। ਗੁਰਬਾਣੀ ਕਹਿੰਦੀ ਜੇ ਤਾਂ ਮੇਰੇ ਵਾਲੇ ਪਾਸੇ ਨੂੰ ਆਉਣਾ ਫਿਰ ਤਾਂ ਹੈਗਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡੇ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ, ਨਹੀਂ ਇੱਧਰ ਨੂੰ ਨਾ ਆਇਓ। ਇੱਥੇ ਤਾਂ ਆਸ ਛੱਡਣੀ ਪੈਣੀ ਹੈ ਵੀ ਸੰਸਾਰ 'ਚ ਮੈਨੂੰ ਕੁਛ ਨਹੀਂ ਚਾਹੀਦਾ। ਜੇ ਤਾਂ ਤੁਹਾਡਾ ਮਨ ਮੰਨਦਾ ਤਾਂ ਆ ਜਾਓ, ਨਹੀਂ ਤੁਹਾਡਾ ਮਨ ਮੰਨਦਾ ਫਿਰ ਚੁੱਪ ਕਰਕੇ ਜਿਵੇਂ ਸੰਸਾਰ ਚੱਲਦਾ, ਕੌਣ ਵੱਡਾ ਮਾਇਆ ਵਡਿਆਈ, ਫਿਰ ਉੱਧਰ ਨੂੰ ਚੱਲੋ। ਜੇ ਇੱਧਰ ਨੂੰ ਆਉਣਾ ਤਾਂ 100 ਵੱਡਾ ਜਿਨ ਰਾਮ ਲਿਵ ਲਾਈ, ਇੱਧਰ ਨੂੰ ਰਾਮ ਨਾਲ ਲਿਵ ਲੱਗਣੀ ਆ, ਉੱਧਰ ਨੂੰ ਸੰਸਾਰ ਨਾਲ ਲੱਗਣੀ ਹੈ। ਰਸਤਾ ਤੁਸੀਂ ਚੁਣਨਾ, ਕਿੱਧਰ ਨੂੰ ਚੱਲਣਾ। ਦੇਖੋ ਗੁਰਬਾਣੀ ਨਿਕਲਦੀ ਇਸ ਗੱਲ 'ਚ ਵੀ ਕੱਲ੍ਹ ਨੂੰ ਕੋਈ ਗੁਰਬਾਣੀ 'ਤੇ ਬਲੇਮ ਨਹੀਂ ਕਰ ਸਕਦਾ ਦਰਗਾਹ ਜਾ ਕੇ ਵੀ ਸਾਨੂੰ ਤਾਂ ਗੁਰੂ ਸਾਹਿਬ ਨੇ ਕੋਈ ਸੋਝੀ ਦਿੱਤੀ ਹੋ ਨਹੀਂ, ਵੀ ਸਾਨੂੰ ਇਹ ਕਹਿੰਦੇ ਵੀ ਤੁਸੀਂ ਹੁਕਮ 'ਚ ਆ ਜਾਓ ਅਸੀਂ ਤਾਂ ਆ ਜਾਂਦੇ। ਉਹਨਾਂ ਨੇ ਜਦੇ ਮੁਰੇ ਹੋ ਜਾਣਾ, ਕਹਿਣਾ ਦੇਖ ਆ ਕਿਹਾ ਨਾ ਤੈਨੂੰ, ਆ ਬਚਨ ਪੜ੍ਹੇ ਨਹੀਂ ਤੂੰ। ਕਹਿੰਦਾ ਹਾਂਜੀ ਪੜ੍ਹਿਆ ਤਾਂ ਸੀਗਾ ਪਰ ਇਹਦਾ ਅਰਥ ਨਹੀਂ ਸੀ ਪਤਾ। ਉਹ ਕਹਿੰਦੇ ਅਰਥ ਫਿਰ ਪਤਾ ਕਿਉਂ ਨਹੀਂ ਸੀ, ਤੂੰ ਪੁੱਛਿਆ ਮੈਨੂੰ ਵੀ ਅਰਥ ਕੀ ਹੈ। ਤੂੰ ਮੈਨੂੰ ਗੁਰੂ ਕਹੀ ਗਿਆ, ਤੂੰ ਮੇਰੇ ਤੋਂ ਤਾਂ ਕੁਛ ਪੁੱਛਿਆ ਹੀ ਨਹੀਂ, ਪੁੱਛਦਾ ਤੂੰ ਲੋਕਾਂ ਤੋਂ ਰਿਹਾ। ਫਿਰ ਜਿਨ੍ਹਾਂ ਤੋਂ ਤੂੰ ਭਾਈ ਪੁੱਛਿਆ ਇਹਨਾਂ ਦੇ ਅਰਥ ਵੀ ਤੂੰ ਉਹਨਾਂ ਕੋਲ ਜਾ ਕੇ ਗੱਲ ਕਰ, ਮੇਰੇ ਨਾਲ ਨਹੀਂ ਤੂੰ ਕਰ ਸਕਦਾ। ਜੇ ਤੂੰ ਮੈਨੂੰ ਵਾਕਈ ਰੀਅਲੀ ਦੇ ਵਿੱਚ ਗੁਰੂ ਮੰਨਦਾ ਨਾ ਤਾਂ ਤੂੰ ਮੈਨੂੰ ਹੀ ਪੁੱਛਦਾ ਵੀ ਤੁਸੀਂ ਦੱਸੋ ਪਾਤਸ਼ਾਹ ਇਹਦਾ ਅਰਥ ਕੀ ਹੈ। ਸੰਸਾਰ ਦੇ ਲੋਕ ਤਾਂ ਕੋਈ ਕੁਛ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ। ਫਿਰ ਕਹਿੰਦੇ ਮੈਂ ਤੈਨੂੰ ਦੱਸਦਾ ਵੀ ਤੂੰ ਗੱਲ ਮੇਰੇ ਤੋਂ ਪੁੱਛਦਾ ਤਾਂ ਕੁਛ ਨਹੀਂ ਸੀ, ਆਪਣੇ ਹਿਸਾਬ ਨਾਲ ਪੜ੍ਹ ਕੇ ਤੁਰ ਜਾਂਦਾ ਸੀਗਾ ਤੇ ਮੈਂ ਵੀ ਕਹਿੰਦਾ ਵੀ ਠੀਕ ਹੈ। ਪੁੱਛਦਾ ਤੂੰ ਕਿਸੇ ਹੋਰ ਨੂੰ ਜਾ ਕੇ ਗੁਰੂਆ ਉਹਨਾਂ ਤੋਂ ਜਵਾਬ ਮੰਗ, ਮੇਰੇ ਤੋਂ ਨਹੀਂ ਮੰਗ ਸਕਦਾ। ਅਸੀਂ ਗੁਰਬਾਣੀ ਤੇ ਜਾਂ ਬਾ ਪਰਮੇਸ਼ਰ ਤੇ ਕੋਈ ਬਲੇਮ ਨਹੀਂ ਕਰ ਸਕਦੇ। ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾ ਆਪਣਿਆ ਹੈ ਮੇਰੇ ਮਨਾ, ਤੇਰੀ ਆਪਣੀ ਸੋਚ ਦਾ ਦੋਸ਼ ਹੈ। ਤੂੰ ਸੋਚ ਹੀ ਮਾਇਆ ਵਾਲੀ ਰੱਖੀ, ਗੁਰੂ ਕੀ ਕਰੇ। ਜੇ ਤੂੰ ਸੋਚ ਗੁਰੂ ਵਾਲੀ ਅਪਣਾਉਂਦਾ ਫਿਰ ਗੁਰੂ ਵੀ ਬਹੁਤ ਕੁਛ ਕਰਦਾ, ਕਿਉਂਕਿ ਜਿੱਥੇ ਵੀ ਗੁਰੂ ਰਹਿੰਦਾ ਫਿਰ ਤੈਨੂੰ ਉੱਥੇ ਲੈ ਕੇ ਜਾਂਦਾ। ਗੁਰੂ ਮਾਇਆ 'ਚ ਨਹੀਂ ਹੈ, ਗੁਰੂ ਮਾਇਆ ਤੋਂ ਬਾਹਰ ਹੈ, ਫਿਰ ਤੈਨੂੰ ਉੱਥੇ ਲੈ ਕੇ ਜਾਂਦਾ।
ਤੂੰ ਸੋਚ ਰੱਖੀ ਮਾਇਆ 'ਚ ਰਹਿਣ ਦੀ। ਗੁਰੂ ਕਹਿੰਦਾ ਵੀ ਠੀਕ ਹੈ, ਜਦੋਂ ਤੇਰਾ ਮਨ ਕਰਿਆ ਆ ਜੀ, ਮੈਂ ਤੈਨੂੰ ਰੋਕਦਾ ਨਹੀਂ, ਮੈਂ ਤੇਰੇ ਨਾਲ ਹੈ। ਮਾਇਆ 'ਚ ਰਹਿਣਾ ਤਾਂ ਵੀ ਰਹਿ, ਕੋਈ ਗੱਲ ਨਹੀਂ, ਜਿੰਨੀ ਮਰਜ਼ੀ ਖਾ, ਖਰਚ ਇੱਥੇ ਕਿਤੇ ਥੋੜ੍ਹੀ ਹੈ। ਜਿੱਦਣ ਤੇਰਾ ਮਨ ਅੱਕ ਗਿਆ ਭਾਈ ਤੂੰ ਇੱਧਰ ਨੂੰ ਆ ਜੀ, ਆਪਾਂ ਉੱਦਣ ਹੀ ਚਲੇ ਚੱਲਾਂਗੇ, ਮੈਂ ਤੈਨੂੰ ਲੈ ਕੇ ਜਾਊਂਗਾ। ਤਾਂ ਹੀ ਪਾਤਸ਼ਾਹ ਨੇ ਲਿਖਿਆ, ਕਹਿੰਦੇ ਪਾਪ ਪੁੰਨ ਸਭ ਬੇਦੀ ਦਰੜਾਇਆ। ਇਹ ਤਾਂ ਉਹਨਾਂ ਨੇ ਦੜਾਇਆ, ਗੁਰਮੁਖੇ ਅੰਮ੍ਰਿਤ ਪੀ ਜਾਇਆ। ਆ ਦੇਖੋ, ਇਹ ਮੇਰੇ ਮਨ ਵੇਖ ਕੀ ਲਿਖਿਆ ਪਾਤਸ਼ਾਹ ਨੇ, ਗੁਰਮੁਖੀ। ਕਹਿੰਦੇ ਜਦੋਂ ਤੇਰੀ ਸੁਰਤ ਦੇ ਅੰਦਰ ਗੁਰਬਾਣੀ ਦੀ ਗੱਲ ਤੇ ਭਰੋਸਾ ਆ ਗਿਆ ਤਾਂ ਅੰਮ੍ਰਿਤ ਪੀਜੈ। ਇਹ ਤੂੰ ਅੰਮ੍ਰਿਤ ਪੀਣਾ, ਭਾਵ ਕਿ ਤੈਨੂੰ ਗੁਰਬਾਣੀ ਮੰਨਣੀ ਪਵੇਗੀ, ਤੈਨੂੰ ਗੁਰਬਾਣੀ ਦੀ ਇੱਕ ਇੱਕ ਗੱਲ ਨੂੰ ਧਾਰਨ ਕਰਨਾ ਪਵੇਗਾ। ਇਹੀ ਅੰਮ੍ਰਿਤ ਹੈ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾ ਹੈ। ਇੱਕੋ ਹੀ ਅੰਮ੍ਰਿਤ ਹੈ ਕਿ ਆਪਣੇ ਆਪ ਨੂੰ ਗੁਰਬਾਣੀ ਦੇ ਅਨੁਸਾਰ ਹੋ ਕੇ ਲੈ ਕੇ ਚੱਲਣਾ। ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ 1052 ਪੰਨੇ ਦੇ ਉੱਪਰ ਮਾਰੂ ਰਾਗ ਦੇ ਅੰਦਰ ਇਹ ਵੀ ਤੀਸਰੇ ਪਾਤਸ਼ਾਹ ਦੀ ਬਚਨ ਹੈ, ਪਾਪ ਪੁੰਨ ਵਰਤੈ ਸੰਸਾਰਾ, ਹਰਖ ਸੋਗ ਸਭ ਦੁੱਖ ਹੈ ਭਾਰਾ, ਗੁਰਮੁਖ ਹੋਵੈ ਸੋ ਸੁਖ ਪਾਏ, ਜਿਨ ਗੁਰਮੁਖ ਨਾਮ ਪਛਾਤਾ ਰੇ। ਕਹਿੰਦੇ ਪਾਪ ਪੁੰਨ ਵਰਤੈ ਸੰਸਾਰਾ, ਇਹ ਤਾਂ ਸੰਸਾਰ ਦਾ ਪਾਪ ਪੁੰਨ ਵਰਤ ਰਿਹਾ ਸੰਸਾਰ। ਹਰਕ ਸੋਗ ਦੁੱਖ ਸਭ ਦੁੱਖ ਹੈ ਭਾਰਾ। ਕਹਿੰਦੇ ਇਹ ਉਸੇ ਥੋੜ੍ਹਾ ਜਿਹਾ ਪੁੰਨ ਕਰਕੇ ਉਹ 'ਚ ਖੁਸ਼ ਹੋ ਜਾਂਦੇ ਵੀ ਇਸ ਤਰ੍ਹਾਂ ਪੁੰਨ ਬਹੁਤ ਕਰ ਲਏ। ਫਿਰ ਉਹ ਜਦੋਂ ਕੁਛ ਪੁੰਨ ਤੋਂ ਪਾਪ ਹੋ ਜਾਂਦਾ ਫਿਰ ਸੋਗ ਮਨਾਉਂਦੇ ਵੀ ਅੱਜ ਪਾਪ ਹੋ ਗਿਆ। ਇਹਦਾ ਮਤਲਬ ਫਿਰ ਜੀਵ ਦੇ ਹੱਥ 'ਚ ਬਹੁਤ ਕੁਛ ਹੈ, ਫਿਰ ਪਰਮੇਸ਼ਰ ਦੇ ਹੱਥ 'ਚ ਤਾਂ ਕੁਛ ਵੀ ਨਹੀਂ ਹੈ। ਨਾਲੇ ਕਹਿੰਦੇ ਵੀ ਜੋ ਕੁਛ ਕਰਦਾ ਪਰਮੇਸ਼ਰ ਕਰਦਾ, ਫਿਰ ਇਹ ਪਾਪ ਪੁੰਨ ਵੇਲੇ ਆਪ ਅੱਗੇ ਹੋ ਜਾਂਦਾ। ਪਾਪ ਪੁੰਨ ਵੇਲੇ ਵੀ ਨਹੀਂ, ਪਾਪ ਵੇਲੇ ਨਹੀਂ, ਪੁੰਨ ਵੇਲੇ ਆਪ ਅੱਗੇ ਹੁੰਦਾ, ਮੈਂ ਪੁੰਨ ਕੀਤਾ। ਜਦੋਂ ਪਾਪ ਹੋ ਜਾਂਦਾ ਫਿਰ ਕਹਿੰਦਾ ਹਾਂਜੀ ਇਹ ਤਾਂ ਹੋਣਾ ਹੀ ਸੀ, ਵਰਤ ਕੇ ਰੱਬ ਨੇ ਕਰਾ ਲਿਆ, ਫੇਰ ਵੀ ਨਹੀਂ ਕਹਿੰਦਾ ਹੈਗਾ। ਸੋ ਹਰਕ ਸੋਗ ਦੁੱਖ ਸਭ ਦੁੱਖ ਹੈ ਭਾਰਾ। ਕਹਿੰਦੇ ਦੋਨੇ ਖੁਸ਼ੀ ਤੇਰੀ ਤੇ ਤੇਰਾ ਦੁੱਖ ਇਹ ਤੇਰੇ ਲਈ ਭਾਰ ਹੀ ਨੇ। ਤੂੰ ਦੋਨਾਂ ਚੀਜ਼ਾਂ 'ਚ ਆਪਣਾ ਜੀਵਨ ਬਤੀਤ ਕਰਦਾ। ਸੰਸਾਰ ਗੁਰਮੁਖ ਹੋਵੇ ਸੋ ਸੁਖ ਪਾਏ। ਕਹਿੰਦੇ ਗੁਰਮੁਖ ਹੈ ਨਾ ਜਿਹੜਾ, ਜਦੋਂ ਸੁਰਤ ਗਿਆਨਵਾਨ ਬਣਦੀ ਹੈ, ਗੁਰਬਾਣੀ ਤੋਂ ਸੋਝੀ ਲੈਂਦੀ ਹੈ, ਉਦੋਂ ਨੂੰ ਸੁੱਖ ਮਿਲਦਾ, ਨਾਮ ਮਿਲਦਾ। ਜਿਨੀ ਗੁਰਮੁਖ ਨਾਮ ਪਛਾਤਾ। ਕਹਿੰਦੇ ਜਿਨ੍ਹਾਂ ਨੇ ਵੀ ਇਸ ਗੱਲ ਨੂੰ ਅਪਣਾਇਆ, ਇਸ ਵਿਧੀ ਨੂੰ ਅਪਣਾਇਆ, ਉਹਨਾਂ ਨੂੰ ਨਾਮ ਦੀ ਪਛਾਣ ਹੋਈ ਹੈ, ਨਾਮ ਪਛਾਤਾ ਹੈ। ਉਹਨਾਂ ਨੂੰ ਪਤਾ ਲੱਗਿਆ ਵੀ ਨਾਮ ਕੀ ਹੈ। ਇਹ ਮੇਰੇ ਮਨਾਂ ਦੇਖ ਕੀ ਲਿਖਿਆ, ਨਾਮ ਪਛਾਤਾ ਹੈ। ਉਹਨਾਂ ਨੂੰ ਪਛਾਣ ਆਈ ਹੈ ਵੀ ਨਾਮ ਆ ਹੈ। ਤੈਨੂੰ ਤਾਂ ਫਿਰ ਇਹਦਾ ਮਤਲਬ ਨਾਮ ਦਾ ਵੀ ਨਹੀਂ ਪਤਾ ਵੀ ਨਾਮ ਕੀ ਹੈ। ਪੰਨਾ 1161 ਉੱਪਰ ਭੈਰੋਂ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਕਹਿੰਦੇ ਆ, ਕਾਮ ਕਵਾਰੀ ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜਾ, ਕ੍ਰੋਧ ਪ੍ਰਧਾਨ ਮਹਾ ਵੱਡ ਦੁੰਦਰ, ਤਹਿ ਮਨ ਮਵਾਸੀ ਰਾਜਾ। ਕਹਿੰਦੇ ਕਾਮ ਕਵਾਰੀ ਹੈ। ਕਹਿੰਦੇ ਜਿਹੜੀ ਕਵਾੜ ਹੈ ਬਾਹਰ ਕੀਤੀ ਹੋਈ ਹੈ ਉਹ ਕਾਮ ਦੀ ਹੈ। ਕਾਮ ਕੀ ਹੈ? ਇੱਛਾ, ਚੇਸ਼ਟਾ, ਆਕਾਂਖਸ਼ਾ। ਸਾਡੇ ਅੰਦਰ ਜਿੰਨੀਆਂ ਵੀ ਇੱਛਾ ਨੇ ਉਹ ਸਾਡੀ ਪਹਿਲਾਂ ਬਾੜ ਕਰ ਲੈਣੇ ਅਸੀਂ ਮੂਹਰੇ, ਕਿ ਸਾਨੂੰ ਸੱਚ ਦੀ ਸੋਝੀ ਆਉਣੀ ਨਹੀਂ ਦੇਣੀ ਅਸੀਂ। ਕਾਮ ਕਵਾਰੀ ਦੁੱਖ ਸੁੱਖ ਦਰਵਾਨੀ। ਫਿਰ ਦਰਵਾਨੀ ਨੇ ਪਹਿਰੇਦਾਰ ਰੱਖੇ ਹੋਏ ਨੇ ਦੁੱਖ ਤੇ ਸੁੱਖ। ਕਦੇ ਦੁੱਖ ਦੀ ਇੱਛਾ ਹੈ, ਸੁੱਖ ਆ ਗਿਆ ਫਿਰ ਚਿੰਤਾ ਹੈ, ਸੁੱਖ ਆ ਗਿਆ ਤਾਂ ਖੁਸ਼ੀ ਹੈ, ਦੁੱਖ ਆ ਗਿਆ ਤਾਂ ਚਿੰਤਾ। ਇਹ ਦਰਵਾਨੀ ਨੇ ਪਹਿਰੇ ਤੇ ਖੜੇ ਆ। ਸਾਡੇ ਅੰਦਰ ਦੋ ਵਿਚਾਰਾਂ ਚੱਲਦੀਆਂ ਰਹਿੰਦੀਆਂ ਨੇ, ਪਾਪ ਪੁੰਨ ਦਰਵਾਜ਼ਾ। ਇਹਦਾ ਅਸੀਂ ਦਰਵਾਜ਼ਾ ਲਾ ਲਿਆ, ਦਰਵਾਜ਼ਾ ਬੰਦ ਕੀਤਾ ਹੋਇਆ। ਉੱਥੇ ਪਾਪ ਪੁੰਨ ਦੋਏ ਜਾਣੇ ਨੇ, ਇੱਕ ਪੱਲਾ ਪੁੰਨ ਦਾ, ਇੱਕ ਪੱਲਾ ਦਰਵਾਜ਼ੇ ਦਾ ਪਾਪ ਦਾ।
ਕਾਮ ਕ੍ਰੋਧ ਮਹਾ ਵੱਡ ਦੁੰਦਰ। ਕਹਿੰਦੇ ਜਿਹੜਾ ਕ੍ਰੋਧ ਹੈ ਉਹ ਪ੍ਰਧਾਨ ਹੈ ਕਿ ਮੈਂ ਸੱਚ ਦੀ ਗੱਲ ਸੁਣਨੀ ਹੋਈ ਨਹੀਂ। ਤੁਸੀਂ ਜਿੰਨਾ ਮਰਜ਼ੀ ਕਰੋ, ਚਲੋ ਸੁਣਾ ਦਿਓ, ਪਰ ਮੰਨਣੀ ਨਹੀਂ ਫਿਰ ਮੈਂ। ਇਹ ਤਾਂ ਮੇਰੀ ਮਰਜ਼ੀ ਹੈ, ਗੁਰਬਾਣੀ ਸੱਚ ਸੁਣਾਉਂਦੀ ਹੈ, ਪਰ ਅੰਦਰ ਬਿਰਤੀ ਐਸੀ ਹੈ ਕਿ ਮੰਨਣਾ ਨਹੀਂ। ਸੁਣ ਲੈਂਦੇ ਹਾਂ, ਸੁਣਨ ਨੂੰ ਕੀ ਹੈ, ਗੱਲ ਮੰਨਣੀ ਨਹੀਂ ਹੈ। ਤੇ ਜੇ ਮੰਨਣੀ ਵੀ ਹੈ ਤਾਂ ਫਿਰ ਪ੍ਰਧਾਨਗੀ ਮੇਰੀ ਹੋਣੀ ਚਾਹੀਦੀ ਹੈ। ਜੇ ਤੁਸੀਂ ਕਹਿੰਦੇ ਹੋ ਵੀ ਚਲੋ ਗੁਰਬਾਣੀ ਦੀ ਗੱਲ ਮੰਨੋ, ਮੰਨ ਲੈਂਦੇ ਹਾਂ, ਪਰ ਪ੍ਰਧਾਨ ਮੈਂ ਬਣੂੰਗਾ, ਪ੍ਰਧਾਨਗੀ ਮੇਰੀ ਹੋਣੀ ਚਾਹੀਦੀ ਹੈ। ਜੋ ਵੀ ਅਸੀਂ ਸੰਸਾਰ ਦੇ ਵਿੱਚ ਮਰਤਬਾ ਹਾਸਲ ਕਰਦੇ ਬਾਹਰਲੇ ਸਰੀਰ ਕਰਕੇ, ਤਾਂ ਉਹਦਾ ਸਭ ਤੋਂ ਵੱਡਾ ਕਾਰਨ ਹੁੰਦਾ ਕ੍ਰੋਧ। ਕ੍ਰੋਧ ਦੇ ਕਾਰਨ ਕਰਕੇ ਹੀ ਅਸੀਂ ਇੱਥੇ ਆਪਣੀ ਜੜ ਪੈਦਾ ਕਰਨੀ ਚਾਹੁੰਦੇ, ਆਪਣੀ ਹੋਂਦ ਪ੍ਰਗਟ ਕਰਨੀ ਚਾਹੁੰਦੇ। ਇਹੀ ਪ੍ਰਧਾਨਗੀ, ਤਾਂ ਹੀ ਪਾਤਸ਼ਾਹ ਨੇ ਪ੍ਰਧਾਨ ਸ਼ਬਦ ਲਿਖੇ। ਔਰ ਪ੍ਰਧਾਨ ਵੀ ਕੀ ਆ? ਮਹਾ ਵੱਡਾ, ਕਿ ਜਿਵੇਂ ਮਰਜ਼ੀ ਕਰੋ ਪ੍ਰਧਾਨਗੀ ਮਿਲਣੀ ਚਾਹੀਦੀ ਹੈ। ਜੇ ਕੋਈ ਪੈਸੇ ਲੈ ਕੇ ਦਿੰਦਾ ਤਾਂ ਵੀ ਦਿਓ, ਜੇ ਕੋਈ ਧੱਕਾ ਕਰਦਾ ਧੱਕੇ ਨਾਲ ਵੀ ਕਰੋ, ਬੰਦਾ ਮਾਰਨਾ ਪਵੇ ਬੰਦਾ ਵੀ ਮਾਰ ਦਿਓ, ਕੋਈ ਗੱਲ ਨਹੀਂ, ਪਰ ਪ੍ਰਧਾਨਗੀ ਚਾਹੀਦੀ ਹੈ। ਇੰਨਾ ਕ੍ਰੋਧ ਪ੍ਰਚੰਡ ਹੁੰਦਾ ਅੰਦਰ, ਔਰ ਧਾਰਮਿਕ ਆਗੂਆਂ ਦੇ ਅੰਦਰ ਵੀ ਹੁੰਦਾ। ਉਹ ਕਹਿੰਦੇ ਚਾਹੇ ਕੁਛ ਮਰਜ਼ੀ ਹੋ ਜਾਵੇ, ਸੰਗਤ ਜਾਵੇ ਜਿੱਥੇ ਜਾਂਦੀ ਹੈ, ਪਰ ਆਪਾਂ ਨੂੰ ਆਪਣਾ ਟਰੀਟਮੈਂਟ ਸਹੀ ਹੋਣਾ ਚਾਹੀਦਾ। ਸੰਗਤ ਨੂੰ ਭਰਮ 'ਚ ਪਾ ਦਿਓ। ਸੰਗਤ ਕੀ ਹੈ ਵਿਚਾਰੀ, ਡਰਾ ਦਿੰਦੇ ਆ, ਉਹ ਡਰ ਜਾਂਦੇ ਆ ਵੀ ਇਹ ਤਾਂ ਧਾਰਮਿਕ ਲੋਕ ਨੇ, ਜੇ ਇਹਨਾਂ ਦੀ ਅਸੀਂ ਮਾੜੀ ਮੋਟੀ ਗੱਲ ਕਹੀ ਸਾਡੀ ਪਾਪ ਹੀ ਨਾ ਲੱਗ ਜਾਵੇ, ਸਾਨੂੰ ਸ਼ਰਾਪ ਹੀ ਨਾ ਦੇ ਦੇਣ। ਉਸ ਵੇਲੇ ਬੜਾ ਪ੍ਰਭਾਵ ਸੀ ਇਹਨਾਂ ਗੱਲਾਂ ਦਾ। ਹੁਣ ਵੀ ਹੈ, ਹੁਣ ਵੀ ਡਰਾ ਦਿੰਦੇ ਆ ਜਿਹੜੇ ਪਖੰਡੀ ਸੰਤ ਨੇ। ਹਰਕਾ ਸੰਤ ਨਹੀਂ ਡਰਾਉਂਦਾ, ਉਹ ਤਾਂ ਪ੍ਰੇਮ ਕਰਦਾ, ਉਹ ਤਾਂ ਸਭ ਨੂੰ ਕਹਿੰਦਾ ਵੀ ਨਹੀਂ, ਕੋਈ ਪਾਪ ਨਹੀਂ ਹੁੰਦਾ, ਕੋਈ ਵਰ ਸ਼ਰਾਪ ਨਹੀਂ ਹੁੰਦੇ, ਆਪਾਂ ਸਾਰੇ ਪਰਿਵਾਰ ਹਾਂ। ਜੇ ਗਲਤੀਆਂ ਹੋ ਜਾਂਦੀਆਂ ਨੇ, ਆਪਾਂ ਨੇ ਗਲਤੀ ਨੂੰ ਸੁਧਾਰਨਾ ਵੀ ਹੈ, ਫਿਰ ਹੁਣ ਲੈ ਕੇ ਥੋੜ੍ਹਾ ਬੈਠੇ ਰਹਿਣਾ ਵੀ ਜੇ ਗਲਤੀ ਹੋ ਗਈ। ਪਰਮੇਸ਼ਰ ਦਿਆਲ ਆ, ਆਪਾਂ ਉਹਦੀ ਰਜਾ ਵਿੱਚ ਜਾਣਾ, ਉਹਦੇ ਭਾਣੇ ਨੂੰ ਮੰਨਣਾ। ਹਰ ਕੇ ਸੰਤਾਂ ਦੀ ਭਾਸ਼ਾ ਹੋਰ ਹੁੰਦੀ ਹੈ, ਜਿਹੜੇ ਇਕੱਲੇ ਸੰਤ ਨੇ ਉਹਨਾਂ ਦੀ ਭਾਸ਼ਾ ਕੋਈ ਹੋਰ ਹੈ। ਸੋ ਤਾਂ ਪਾਤਸ਼ਾਹ ਨੇ ਬਚਨ ਲਿਖਿਆ, ਕ੍ਰੋਧ ਪ੍ਰਧਾਨ ਮਹਾ ਵੱਡ ਦੁੰਦਰ। ਔਰ ਫਿਰ ਬੜਾ ਭਿਆਨਕ ਰੂਪ ਧਾਰਨ ਕਰ ਜਾਂਦੇ ਆ ਲੋਕ, ਇੰਨਾ ਭਿਆਨਕ ਰੂਪ ਧਾਰਨ ਕਰ ਜਾਂਦੇ ਆ, ਫਿਰ ਇਹ ਦੇਖਦੇ ਨਹੀਂ ਵੀ ਕਰਨਾ ਕੀ ਹੈ। ਵੀ ਭਾਣਾ ਪਰਮੇਸ਼ਰ ਦਾ ਵਰਤਣਾ ਹੁੰਦਾ, ਉਹ ਕਹਿੰਦਾ ਵੀ ਠੀਕ ਹੈ ਚਲੋ ਆਏ ਤਾਂ ਫਿਰ ਆਈ ਸਹੀ। ਤਹਿ ਮਨ ਮਵਾਸੀ ਰਾਜਾ, ਕਹਿੰਦੇ ਮਨ ਹੈ ਨਾ ਜਿਹੜਾ, ਉਹ ਰਾਜ ਹੈ। ਮਨ ਫਿਰ ਬਾਗੀ ਹੋ ਜਾਂਦਾ, ਫਿਰ ਬਾਗੀ ਹੋ ਕੇ ਇਹੋ ਜਿਹਾ ਕੁਛ ਕਰਦਾ ਕਿ ਸਭ ਨੂੰ ਹੀ ਪਤਾ ਹੈ। ਪੰਜਵੇਂ ਪਾਤਸ਼ਾਹ ਦਾ ਭਰਾ ਸੀਗਾ ਪਿਰਥੀ ਚੰਦ, ਉਹਦੇ ਅੰਦਰ ਵੀ ਜੀਵ ਆਤਮਾ ਸੀ, ਭਾਣਾ ਉਹਦੇ ਅੰਦਰ ਵੀ ਵਰਤਦਾ ਸੀ। ਉਹਦਾ ਮਨ ਭਾਣੇ ਤੋਂ ਉਲਟ ਹੋ ਗਿਆ, ਔਰ ਐਸਾ ਉਲਟ ਹੋ ਗਿਆ ਕਿ ਉਹ ਰਾਜਾ ਬਣ ਗਿਆ, ਮਵਾਸੀ ਬਣ ਗਿਆ, ਪੰਜਵੇਂ ਪਾਤਸ਼ਾਹ ਦੇ ਸਰੀਰ ਨੂੰ ਖਤਮ ਕਰਨ ਦਾ ਕਾਰਨ ਬਣ ਗਿਆ। ਭਾਣਾ ਪਿੱਛੇ ਪਰਮੇਸ਼ਰ ਦਾ ਹੀ ਸੀ, ਪਰ ਜਿੰਨਾ ਚਿਰ ਹੁਣ ਧਰਤੀ ਰਹੂਗੀ ਉਹਨਾਂ ਚਿਰ ਇਹਨੂੰ ਉਸੇ ਦ੍ਰਿਸ਼ਟੀ ਨਾਲ ਹੀ ਦੇਖਿਆ ਜਾਊਗਾ, ਪਰ ਜਿੰਨਾ ਚਿਰ ਧਰਤੀ ਰਹੂਗੀ ਪੰਜਵੇਂ ਪਾਤਸ਼ਾਹ ਨੂੰ ਸੱਚਖੰਡ ਦੀ ਦ੍ਰਿਸ਼ਟੀ ਨਾਲ ਹੀ ਵੇਖਿਆ ਜਾਊਗਾ। ਪੰਨਾ 1243 ਉੱਪਰ ਸਾਰੰਗ ਰਾਗ ਦੇ ਅੰਦਰ ਤੀਸਰੇ ਪਾਤਸ਼ਾਹੀ ਕਹਿੰਦੇ, ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ। ਤਕਰੀਬਨ ਜ਼ਿਆਦਾ ਤੀਜੇ ਪਾਤਸ਼ਾਹ ਦੀਆਂ ਬਚਨ ਜ਼ਿਆਦਾ, ਕਿਉਂਕਿ ਤੀਜੇ ਪਾਤਸ਼ਾਹ ਇਹਨਾਂ ਵਿੱਚ ਬਹੁਤ ਰਹੇ ਨੇ। ਸਭ ਤੋਂ ਲੰਮਾ ਸਮਾਂ ਤੀਸਰੇ ਪਾਤਸ਼ਾਹ ਹਰਿਦੁਆਰ ਇਹਨਾਂ ਸਾਧਾਂ ਸੰਤਾਂ ਦੇ ਵਿੱਚ ਵਿਚਰੇ ਨੇ, ਉਹਨਾਂ ਕੋਲ ਹੀ ਰਹਿੰਦੇ ਸੀ, ਉਹਨਾਂ ਤੋਂ ਹੀ ਵੇਦ ਪੜ੍ਹਦੇ ਸੀ, ਉਹਨਾਂ ਤੋਂ ਹੀ ਸਿਮਰਤ ਸ਼ਾਸਤਰ ਪੜ੍ਹਦੇ ਸੀ, ਸਾਰਾ ਕੁਛ ਉਹਨਾਂ ਤੋਂ ਪੜ੍ਹਦੇ ਸੀ। ਤਾਂ ਹੀ ਉਹਨੇ ਲਿਖਿਆ ਸੁਰ ਨਰ ਮੁਰਨ ਜਨ ਅੰਮ੍ਰਿਤ ਖੋਜਦੇ, ਵੀ ਉਹ ਖੋਜਦੇ ਹੀ ਸੀ, ਪਾਇਆ ਨਹੀਂ ਹੈਗਾ।
ਸੋ ਅੰਮ੍ਰਿਤ ਗੁਰ ਤੇ ਪਾਇਆ, ਕਹਿੰਦੇ ਮੈਨੂੰ ਤਾਂ ਗੁਰ ਤੋਂ ਸੋਝੀ ਆਈ ਹੈ। ਮੈਨੂੰ ਤਾਂ ਹੁਕਮ ਬਾਰੇ ਤਾਂ ਦੂਜੇ ਪਾਤਸ਼ਾਹ ਨੇ ਆ ਕੇ ਦੱਸਿਆ ਵੀ ਹੁਕਮ ਵੀ ਕੋਈ ਚੀਜ਼ ਹੁੰਦੀ ਹੈ। ਪਹਿਲਾਂ ਤਾਂ ਉਹ ਤਾਂ ਕਹਿੰਦੇ ਨਹੀਂ ਸੀ ਹੁਕਮ ਦੀ ਕੋਈ ਗੱਲ ਹੈ। ਸੋ ਸਾਰੰਗ ਮਹੱਲਾ ਤੀਜਾ, ਕਹਿੰਦੇ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ। ਕਹਿੰਦੇ ਜਿੰਨੀਆਂ ਵੀ ਇਹ ਕਥਾ ਕਹਾਣੀਆਂ ਬਣੀਆਂ, ਕਿਉਂਕਿ ਉਹਨਾਂ ਨੂੰ ਪਤਾ ਸੀ ਜਦੋਂ ਬਣਾਉਂਦੇ ਸੀਗੇ ਕਥਾ ਕਹਾਣੀ, ਵੇਦਾਂ ਦੇ ਵਿੱਚ ਲਿਖੀਆਂ, ਆਪਣੇ ਪੁਰਾਣਾਂ ਦੇ ਵਿੱਚ ਲਿਖਦੇ, ਸਿਮਰ ਸ਼ਾਸਤਰਾਂ ਦੇ ਵਿੱਚ ਉਹ ਨਿਤ ਨਵੀਂ ਆਪ ਵੀ ਲਿਖਦੇ ਸੀ। ਕਹਿੰਦੇ ਕਥਾ ਕਹਾਣੀ ਬੇਦੀ ਆਣੀ, ਇਹ ਉਹਨਾਂ ਗਿਆਨੀ ਜਿਹੜੇ ਵੇਦ ਪੜ੍ਹਿਆ ਸੀ ਜਿਨ੍ਹਾਂ ਨੇ, ਉਹਨਾਂ ਨੇ ਬਣਾਈਆਂ ਨੇ ਇਹ ਕਥਾ ਕਹਾਣੀਆਂ। ਜਿਵੇਂ ਅੱਜ ਸਾਡੇ ਵੀ ਬਣਾਈਆਂ ਗਈਆਂ ਪਾਤਸ਼ਾਹੀਆਂ ਦਾ ਨਾਮ ਵਰਤ ਵਰਤ ਕੇ, ਚੰਗੇ ਚੰਗੇ ਗੁਰਮੁਖਾਂ ਦੇ ਨਾਮ ਵਰਤ ਵਰਤ ਕੇ ਉਹਨਾਂ ਦੇ ਨਾਂ ਹੇਠ ਕਹਾਣੀਆਂ ਬਣਾਤੀਆਂ, ਉਹ ਬਣਾ ਕੇ ਲੋਕਾਂ ਨੂੰ ਦਿੱਤੀਆਂ। ਹੁਣ ਲੋਕ ਉਹ ਨਾਂ ਤੋਂ ਡਰਦੇ ਆ ਵੀ ਇਹਦੇ ਵਿੱਚ ਤਾਂ ਨਾਂ ਗੁਰੂ ਸਾਹਿਬ ਦਾ ਆਉਂਦਾ ਹੈ, ਵੀ ਗੁਰੂ ਸਾਹਿਬ ਐਂ ਕਰ ਹੀ ਸਕਦੇ ਆ। ਫਿਰ ਅੱਲਾ ਚੁੱਪ ਕਰ ਜਾਂਦਾ, ਅੱਲਾ ਕਹਿੰਦਾ ਵੀ, ਕਿਉਂਕਿ ਅਗਲੇ ਕੋਲ ਗਾਂ ਇੰਨੀ ਸੋਝੀ ਤਾਂ ਹੁੰਦੀ ਨਹੀਂ। ਜੇ ਉਹ ਮਾੜੀ ਮੋਟੀ ਚਲੋ ਗੱਲ ਵੀ ਕਹੂਗਾ, ਫਿਰ ਉਹ ਕਹਿੰਦੇ ਤੂੰ ਤਰਕ ਕਰਦਾ, ਤੂੰ ਗੁਰੂ ਸਾਹਿਬ ਤੇ ਹੀ ਤਰਕ ਕਰੀ ਜਾਂਦਾ, ਤੂੰ ਸ਼ੰਕਾ ਕਰਦਾ। ਉਹ ਭਾਈ ਸ਼ੰਕਾ ਨਹੀਂ ਹੈ, ਤੇ ਇੱਕ ਵਿਚਾਰ ਹੈ। ਸ਼ੰਕਾ ਝੂਠ ਤੇ ਹੁੰਦੀ ਹੈ, ਸੱਚ ਤੇ ਕੋਈ ਸ਼ੰਕਾ ਨਹੀਂ ਕਰ ਸਕਦਾ, ਨਾ ਕੋਈ ਸੱਚ ਤੇ ਤਰਕ ਕਰਦਾ। ਸੱਚ ਦੇ ਵਿਚਾਰ ਹੈ ਵੀ ਮੈਨੂੰ ਇਹ ਚੀਜ਼ ਦਾ ਨਹੀਂ ਪਤਾ ਲੱਗਦਾ, ਮੈਨੂੰ ਤੁਸੀਂ ਦੱਸੋ, ਸਮਝਾ ਦਿਓ ਤੁਸੀਂ, ਪਰ ਇਹ ਗੱਲ ਕਹਿ ਕੇ ਨਾ ਮੈਨੂੰ ਚੁੱਪ ਕਰਾਓ ਵੀ ਸ਼ੰਕਾ ਨਹੀਂ ਕਰੀਦੀ। ਇਹ ਤਾਂ ਹੁਣ ਸ਼ੰਕਾ ਹੋ ਗਈ, ਮੇਰੇ ਮਨ 'ਚ ਆ ਗਈ ਗੱਲ, ਤੁਸੀਂ ਮੇਰੀ ਮਨ 'ਚ ਆਈ ਗੱਲ ਦਾ ਸਮਾਧਾਨ ਕਰੋ। ਪਰ ਗੁਰਮੁਖ ਹੈ ਜਿਹੜਾ ਹਰ ਕਾ ਸੰਤ, ਉਹ ਕਹਿੰਦਾ ਵੀ ਬਿਲਕੁਲ ਜ਼ਰੂਰੀ ਹੈ ਸਮਾਧਾਨ, ਹੀ ਤਾਂ ਸਾਰਿਆਂ ਨੂੰ ਵੱਡੀ ਗੱਲ ਹੈ ਵੀ ਤੂੰ ਬੈਠ, ਤੂੰ ਦੱਸ। ਫਿਰ ਉਹ ਦੱਸਦਾ ਆਪਣੀ ਗੱਲ, ਫਿਰ ਉਹਨੂੰ ਹਰ ਕਾ ਸੰਤ ਬਾ ਗੁਰਮੁਖ ਨੂੰ ਸਮਝਾਉਂਦਾ ਵੀ ਗੱਲ ਆਏ ਆ ਇਹ। ਫਿਰ ਉਹ ਮੰਨ ਵੀ ਜਾਂਦਾ ਵੀ ਵਾਕਈ ਗੱਲ ਠੀਕ ਹੈ। ਪਰ ਜੇ ਹੁਣ ਪਹਿਲਾਂ ਹੀ ਕਹਿ ਦਈਏ ਵੀ ਨਹੀਂ ਬਈ ਬਸ ਸ਼ੰਕਾ ਨਹੀਂ ਕਰੀ, ਤਰਕ ਨਹੀਂ ਕਰੀਦੀ, ਉਹ ਫਿਰ ਅਲੱਗ ਕਰਦਾ ਤਾਂ ਨਹੀਂ ਹੈਗਾ ਸ਼ੰਕਾ, ਚੁੱਪ ਕਰ ਜਾਂਦਾ, ਪਰ ਉਹਦੇ ਮਨ 'ਚ ਉਹ ਗੱਲ ਰਹਿੰਦੀ ਹੈ। ਫਿਰ ਉਹਦੇ ਮਨ ਦੀ ਦਿਸ਼ਾ ਉਹਨੂੰ ਉਹ ਤਕਲੀਫ ਦਿੰਦੀ ਰਹਿੰਦੀ ਹੈ। ਫਿਰ ਉਹ ਉਸੇ ਸ਼ੰਕਾ ਨੂੰ ਲੈ ਕੇ ਉਹ ਫਿਰਦਾ ਰਹਿੰਦਾ ਵੀ ਮੈਨੂੰ ਕਿਤੇ ਮੇਰੀ ਸ਼ੰਕਾ ਦੀ ਨਿਵਰਤੀ ਹੋਵੇ। ਸੋ ਤਾਂ ਪਾਤਸ਼ਾਹ ਨੇ ਇੱਥੇ ਵਚਨ ਲਿਖਿਆ, ਹੈ ਮੇਰੇ ਮਨਾ, ਉਹਨਾਂ ਦੇ ਤਜਰਬੇ ਦੀਆਂ ਗੱਲਾਂ ਨੇ, ਉਹਨਾਂ ਨੇ ਸਾਰਾ ਕੁਝ ਵੇਖਿਆ ਇੱਥੇ ਕੀ ਕੀ ਹੁੰਦਾ। ਕਥਾ ਕਹਾਣੀ ਵੇਦੀ ਆਣੀ ਪਾਪ ਪੁੰਨ ਵਿਚਾਰ, ਵੀ ਉਹ ਹਰ ਵੇਲੇ ਇਹੀ ਕਥਾ ਕਹਾਣੀਆਂ ਲਿਖਦੇ ਰਹਿੰਦੇ ਸੀ ਵੀ ਆਹ ਪਾਪ ਹੈ, ਆਹ ਪੁੰਨ ਹੈ। ਉਹ ਪਾਪ ਪੁੰਨ ਦੀ ਵਿਚਾਰ ਦੇ ਵਿੱਚ ਹੀ ਸ਼ਾਸਤਰ ਲਿਖਿਆ ਉਹਨਾਂ ਨੇ ਵੀ ਜੇ ਕੋਈ ਜਾਨਵਰ ਮਰ ਗਿਆ ਉਹਦੇ ਜਿੰਨਾ ਤੁਸੀਂ ਚਾਂਦੀ ਦਾਨ ਕਰ ਦਿਓ, ਸੋਨਾ ਦਾਨ ਕਰ ਦਿਓ। ਉਹ ਦਾਨ ਕਿਹਨੂੰ ਕਰਨਾ? ਪੰਡਿਤ ਨੂੰ ਹੀ ਕਰਨਾ ਹੈ। ਪੰਡਿਤ ਕੋਲ ਆ ਗਿਆ, ਪੰਡਿਤ ਉਹਦੇ ਵਿੱਚੋਂ ਕੀ ਕਰਦਾ ਸੀਗਾ, ਜੇ ਮੰਨ ਲਓ ਵੀ 100 ਗ੍ਰਾਮ ਕੋਈ ਸੋਨਾ ਦੇ ਗਿਆ, ਉਹਨੇ 1 ਗ੍ਰਾਮ ਕਿਸੇ ਨੂੰ ਦੇ ਦੇਣਾ, ਗਰੀਬ ਨੂੰ 99 ਗ੍ਰਾਮ ਆਪ ਰੱਖ ਲੈਣਾ। ਨਾਲੇ ਉਹ ਸੱਚਾਂ ਦੇ ਵੀ ਦੇਖੋ ਜੀ ਤੁਹਾਡਾ ਦਾਨ ਤਾਂ ਅਸੀਂ ਗਾਂ ਵੰਡਤਾ, ਬਾਕੀ ਆਪ ਰੱਖ ਲੈਣਾ, ਥੋੜ੍ਹਾ ਬਹੁਤਾ ਗਾਂ ਦੇ ਹੀ ਜਾਣਾ। ਪਰ ਇਹ ਨਹੀਂ ਸੀ ਸੋਚਦਾ, ਜੇ ਚੀਜ਼ ਲੈ ਵੀ ਲਈ, ਮੰਨ ਲਓ ਕੋਈ 100 ਰੁਪਇਆ ਤੁਹਾਨੂੰ ਦੇ ਵੀ ਗਿਆ, ਤੁਸੀਂ 100 ਦੇ ਵਿੱਚ ਦੇਖੋ ਵੀ ਤੁਹਾਨੂੰ ਕਿੰਨੀ ਲੋੜ ਹੈ। ਜੇ ਤੁਹਾਨੂੰ 40 ਰੁਪਈਆ ਨਾਲ ਤੁਹਾਡਾ ਸਰਦਾ ਤਾਂ ਤੁਸੀਂ 40 ਨਾਲ ਸਾਰੋ, ਜਿਹੜੇ 60 ਰੁਪਏ ਬਚੇ ਆ ਉਹ ਕਿਸੇ ਲੋੜਵੰਦ ਨੂੰ ਦਿਓ। ਤੁਸੀਂ ਕਿਉਂ ਭਾਰ ਰੱਖਦੇ ਹੋ ਆਪਣੇ ਤੇ? ਉਹ ਵਾਲੇ ਤਾਂ ਦਿਓ ਵੀ ਨਹੀਂ ਬਈ, ਫਿਰ ਪਰਮੇਸ਼ਰ ਆਪ ਹੀ ਦਿੰਦਾ ਰਹਿੰਦਾ। ਉਹ ਵੀ ਪਰਮੇਸ਼ਰ ਨਹੀਂ ਪ੍ਰੇਰ ਕੇ ਲਿਆਂਦਾ ਉਹਨੂੰ ਵੀ ਤੂੰ ਉਹਨੂੰ ਦੇ ਕੇ, ਉਹਨੂੰ ਲੋੜ ਹੈ, ਉਹ ਨਾਮ ਜਪਦਾ ਹੈ, ਭਗਤੀ ਕਰਦਾ, ਮੇਰੇ ਹੁਕਮ 'ਚ ਹੈ, ਉਹਨੂੰ ਇਹ ਚੀਜ਼ ਦੀ ਲੋੜ ਹੈ, ਦੇ ਕੇ ਉਹ ਦੇ ਕੇ ਆਉਂਦਾ। ਪਰ ਗਾਂ ਜਿਹੜਾ ਭਗਤੀ ਕਰਦਾ ਉਹਦਾ ਵੀ, ਉਹਨੂੰ ਵੀ ਪਤਾ ਹੁੰਦਾ ਵੀ ਇਹ ਸਾਰੀ ਖੇਡ ਪਰਮੇਸ਼ਰ ਵਰਤਾ ਰਿਹਾ, ਵੀ ਮੈਂ ਇਹਨੂੰ ਸਾਂਭ ਕੇ ਕੀ ਕਰੂੰਗਾ। ਜਿਸ ਵੇਲੇ ਰਾਜਾ ਰਣਜੀਤ ਸਿੰਘ ਰਾਜਾ ਬਣੇ, ਅਕਾਲੀ ਫੂਲਾ ਸਿੰਘ ਜੀ ਜਥੇਦਾਰ ਸੀ ਨਿਹੰਗ ਸਿੰਘਾਂ ਦੇ। ਰਾਜਾ ਰਣਜੀਤ ਸਿੰਘ ਕੋਲ ਸ਼ਿਕਾਇਤ ਕੀਤੀ ਕਿਸੇ, ਜਿਹੜਾ ਉਹਨਾਂ ਦੇ ਉਸ ਵੇਲੇ ਰਾਜਾ ਰਣਜੀਤ ਸਿੰਘ ਦੇ ਲੰਗਰ ਰਾਸ਼ਨ ਦਾ ਇੰਚਾਰਜ, ਜਿੱਥੇ ਪਦਾਰਥ ਰੱਖੇ ਜਾਂਦੇ ਸੀਗੇ ਰਸੋਈ ਘਰ ਦਾ, ਕਿ ਜੀ ਰਾਜਾ ਸਾਹਿਬ ਵੀ ਜਿਹੜੇ ਨਿਹੰਗ ਸਿੰਘ ਨੇ ਵੀ ਰੋਜ਼ ਆ ਕੇ ਥੋੜ੍ਹਾ ਥੋੜ੍ਹਾ ਲੈ ਜਾਂਦੇ ਆ, ਵੀ ਉਹਦੇ ਨਾਲ ਤੰਗੀ ਜੀ ਮਹਿਸੂਸ ਹੁੰਦੀ ਹੈ, ਵੀ ਤੁਸੀਂ ਉਹਨਾਂ ਨੂੰ ਕਹੋ ਅਕਾਲੀ ਫੂਲਾ ਸਿੰਘ ਨੂੰ ਵੀ ਇੱਕ ਵਾਰ ਇਕੱਠਾ ਲੈ ਜਾਣ ਰਾਸ਼ਨ, ਜਿੰਨਾ ਹੈਗਾ ਲੋੜ ਹੈ, ਵੀ ਆਪਣਾ ਵਰਤ ਲੈਣ। ਵੀ ਰੋਜ਼ ਉਹ ਆਉਂਦੇ ਆ, ਸੁਬਾਹ ਆ ਜਾਂਦੇ ਆ, ਫਿਰ ਦੁਪਹਿਰੇ ਆਉਂਦੇ ਆ, ਫਿਰ ਸ਼ਾਮ ਨੂੰ ਆਉਂਦੇ ਆ, ਵੀ ਇੰਨੀ ਦਾਲ ਦੇ ਦੇ, ਇੰਨਾ ਆਟਾ ਦੇ ਦਿਓ, ਇੰਨਾ ਦੇ ਦਿਓ, ਵੀ ਉਹ ਫਿਰ ਮੁਸ਼ਕਲ ਜਿਹਾ ਲੱਗਦਾ ਜੀ, ਬਾਕੀ ਵੀ ਪ੍ਰਬੰਧ ਕਰਨਾ ਹੁੰਦਾ।
ਤੇ ਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਜੀ ਨੂੰ ਕਿਹਾ ਵੀ ਤੁਸੀਂ ਇਕੱਠਾ ਲੈ ਲਓ। ਤੇ ਅਕਾਲੀ ਫੂਲਾ ਸਿੰਘ ਕਹਿੰਦੇ ਵੀ ਕਿਉਂ, ਕਾਹਦੇ ਵਾਸਤੇ? ਉਹ ਕਹਿੰਦੇ ਵੀ ਅਸੀਂ ਤੇਰੇ ਨੌਕਰ ਹਾਂ, ਤੂੰ ਸਾਡਾ ਰਾਜਾ। ਰਣਜੀਤ ਸਿੰਘ ਚੁੱਪ ਕਰ ਗਿਆ। ਰਣਜੀਤ ਸਿੰਘ ਨੂੰ ਉਸੇ ਵੇਲੇ ਪਤਾ ਲੱਗ ਗਿਆ ਵੀ ਇਹ ਮੈਨੂੰ ਰਾਜਾ ਨਹੀਂ ਮੰਨਦੇ। ਅਕਾਲੀ ਫੂਲਾ ਸਿੰਘ ਕਹਿੰਦੇ ਕਿਤੇ ਭਰਮ ਚ ਨਾ ਰਹੀ ਵੀ ਤੂੰ ਸਾਡਾ ਰਾਜਾ ਹੈ, ਸਾਡਾ ਤਾਂ ਰਾਜਾ ਪਰਮੇਸ਼ਰ ਹੈ। ਅਸੀਂ ਤੇਤੋਂ ਕਿਉਂ ਮੰਗੀਏ? ਅਸੀਂ ਪਰਮੇਸ਼ਰ ਦਾ ਦਿੱਤਾ ਲੈਨੇ ਆ, ਤੇਰਾ ਨਹੀਂ ਦਿੱਤਾ ਹੈਗਾ। ਜੋ ਤੂੰ ਕਹੇ ਵੀ ਮੇਰਾ ਰਾਜ ਚੱਲਦਾ, ਮੈਂ ਸਭ ਨੂੰ ਦੇ ਰਿਹਾ। ਇਹ ਤਾਂ ਜਿੰਨੀ ਸਾਨੂੰ ਲੋੜ ਆ ਸਾਡੇ ਅਸੀਂ ਤਾਂ ਚੱਕ ਲੈਣਾ, ਸਾਡੇ ਪਰਮੇਸ਼ਰ ਦਾ ਰੱਖਿਆ ਹੋਇਆ, ਤੇਰਾ ਤਾਂ ਰੱਖਿਆ ਨਹੀਂ ਹੋਇਆ। ਅਸੀਂ ਸਟੋਰ ਕਿਉਂ ਕਰੀਏ? ਜੇ ਅਸੀਂ ਅੱਜ ਸਟੋਰ ਕਰਕੇ ਰੱਖਾਂਗੇ ਤਾਂ ਇਹਦਾ ਮਤਲਬ ਸਾਨੂੰ ਪਰਮੇਸ਼ਰ ਤੇ ਭਰੋਸਾ ਨਹੀਂ। ਫਿਰ ਰਾਜਾ ਰਣਜੀਤ ਸਿੰਘ ਚੁੱਪ ਕਰ ਗਿਆ ਸੀ। ਇਹੀ ਕਾਰਨ ਬਣ ਗਿਆ ਸੀ ਰਣਜੀਤ ਸਿੰਘ ਦਾ ਵੀ ਅਕਾਲੀ ਫੂਲਾ ਸੀ ਉਹਨਾਂ ਨੂੰ ਖਤਮ ਕਰਾਓ। ਵੀ ਜੇ ਇਹਨਾਂ ਦੀ ਇਹ ਸੁਰ ਹੈ ਅੱਜ, ਤੇ ਕੱਲ੍ਹ ਨੂੰ ਹੋਰਾਂ ਨੂੰ ਪਤਾ ਲੱਗਾ ਫਿਰ ਤਾਂ ਮੇਰਾ ਰਾਜ ਰਹਿਣਾ ਹੀ ਨਹੀਂ। ਪਰ ਉਹਨੂੰ ਰਣਜੀਤ ਸਿੰਘ ਨੂੰ ਇੰਨਾ ਪਤਾ ਨਹੀਂ ਸੀ ਸੱਚ ਬਾਰੇ। ਰਾਜ ਸੱਤਾ ਦਾ ਜ਼ਰੂਰ ਸੋਝੀ ਸੀਗੀ, ਤੇ ਉਹ ਰਾਜ ਸੱਤਾ ਵੀ ਕਿੰਨਾ ਕੁ ਚਿਰ ਰਹੀ, ਖਤਮ ਹੋ ਜਾਂਦੀ ਹੈ। ਸੱਚ ਦਾ ਰਾਜ ਸਦਾ ਰਹਿੰਦਾ। ਖਾਲਸੇ ਨੇ ਕਦੇ ਵੀ ਸੰਸਾਰੀ ਰਾਜ ਨਹੀਂ ਮੰਗਿਆ, ਕਿਉਂਕਿ ਖਾਲਸੇ ਕੋਲ ਤਾਂ ਹੈ ਹੀ ਰਾਜ ਆ, ਨਿਰਾਕਾਰੀ ਰਾਜ ਤਾਂ ਖਾਲਸਾ ਹੀ ਹੈ। ਇਹ ਭੂਪਿਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ, ਇਹ ਤਾਂ ਚਾਰ ਦਿੰਦੇ ਆ ਝੂਠੇ ਦਵਾਜੇ। ਕਹਿੰਦੇ ਕੋਊ ਹਰ ਸਮਾਨ ਨਹੀਂ ਰਾਜਾ, ਪਰਮੇਸ਼ਰ ਵਰਗਾ ਰਾਜਾ ਨਹੀਂ ਕੋਈ। ਖਾਲਸਾ ਪਰਮੇਸ਼ਰ ਨੂੰ ਰਾਜਾ ਮੰਨਦਾ ਵੀ ਤੂੰ ਹੀ ਹੈ। ਜਿੱਥੇ ਤੱਕ ਪਰਮੇਸ਼ਰ ਦਾ ਹੁਕਮ ਆ, ਖਾਲਸੇ ਦਾ ਰਾਜ ਹੈ। ਪਰ ਹੋਵੇ ਖਾਲਸਾ, ਉਹਦਾ ਰਾਜ ਹੁੰਦਾ ਹੀ ਹੁੰਦਾ। ਖਾਲਸਾ ਕਦੇ ਵੀ ਭੈ ਮੁਕਤ ਹੁੰਦਾ, ਭੈ ਚ ਨਹੀਂ ਆਉਂਦਾ, ਨਿਰਭੈ ਹੋ ਕੇ ਵਿਚਰਦਾ, ਕਿਉਂਕਿ ਉਹ ਸੱਚਾ ਹੁੰਦਾ। ਸੱਚੇ ਨੂੰ ਕਾਹਦੀ ਭੈ ਹੈ? ਝੂਠਿਆਂ ਨੂੰ ਭੈ ਹੁੰਦੀ ਹੈ। ਸੋ ਡਰੈ ਜੇ ਪਾਪ ਕਮਾਉਂਦਾ, ਕਹਿੰਦੇ ਉਹ ਡਰੇ ਜਿਹੜਾ ਬਾਣੇ ਤੋਂ ਉਲਟ ਚੱਲਦਾ। ਧਰਮੀ ਵਿਗਸੇਤ ਕਹਿੰਦੇ ਅਸੀਂ ਤਾਂ ਧਰਮ ਚ ਐ, ਸੱਚ ਨਾਲ ਖੜੇ ਹਾਂ, ਸਾਡੇ ਤੋਂ ਅੰਦਰ ਪ੍ਰਸੰਨਤਾ ਹੈ। ਸੋ ਕਥਾ ਕਹਾਣੀ ਵੇਦੀ ਜਾਣੀ, ਪਾਪ ਪੁੰਨ ਵਿਚਾਰ। ਕੀ ਕਰਦੇ ਨੇ ਵਿਚਾਰ ਪਾਪ ਪੁੰਨ ਦੀ? ਪਾਤਸ਼ਾਹ ਕਹਿੰਦੇ ਦੇ ਦੇ ਲੈਣਾ, ਲੈ ਲੈ ਦੇਣਾ, ਨਰਕ ਸੁਰਗ ਅਵਤਾਰ। ਕਹਿੰਦੇ ਆਹ ਕੁਛ ਹੈ ਵੀ ਜਿਹੜਾ ਦੇ ਦਿੰਦਾ ਉਹਨਾਂ ਨੂੰ, ਉਹਨੂੰ ਤਾਂ ਕਹਿੰਦੇ ਵੀ ਤੈਨੂੰ ਸਵਰਗ ਮਿਲੂਗਾ। ਜਿਹੜਾ ਨਹੀਂ ਦਿੰਦਾ ਕਹਿੰਦੇ ਨਰਕਾਂ ਨੂੰ ਜਾਏਗਾ। ਦੋ ਧਾਰਾਂ ਬਣਾਤੀਆਂ ਸੀ ਵੀ ਜੇ ਤਾਂ ਤੁਸੀਂ ਪੰਡਤ ਬ੍ਰਾਹਮਣ ਜੋਗੀ ਕਾਜੀਆਂ ਮੁੱਲਾਂ ਨੂੰ ਦਾਨ ਕਰੋਗੇ ਤਾਂ ਤੁਹਾਨੂੰ ਸਵਰਗ ਮਿਲੂ, ਬੇਹਿਸ਼ਤ ਮਿਲੂਗਾ। ਉਹ ਜੰਨਤ ਕਹਿ ਦਿੰਦੇ ਆ। ਨਾਂ ਵਿੱਚ ਅੱਲਾ ਦਾ ਬਾ ਵੀ ਜੇ ਅੱਲਾ ਦੇ ਨਾਂ ਤੇ ਤੁਸੀਂ ਕੁਰਬਾਨੀ ਦੇ ਦਿਓ ਤੁਹਾਨੂੰ ਜਹੰਨਤ ਮਿਲੂਗੀ, ਤੁਹਾਨੂੰ ਹੂਰਾਂ ਮਿਲਣਗੀਆਂ। ਪੰਡਤ ਕਹਿੰਦੇ ਵੀ ਤੁਹਾਨੂੰ ਸਵਰਗ ਮਿਲੂ, ਬੇਹਿਸ਼ਤ ਮਿਲੂਗਾ। ਉੱਥੇ ਬੜੇ ਸੁੱਖ ਨੇ, ਦੁੱਧ ਦੀਆਂ ਨਦੀਆਂ ਵਗਦੀਆਂ ਨੇ, ਅੰਮ੍ਰਿਤ ਦਾ ਰਸ, ਇਸ ਤਰ੍ਹਾਂ ਦੇ ਬੜੇ ਉਹਨਾਂ ਨੇ ਕੁਛ ਲਿਖ ਕੇ ਦਿੱਤਾ। ਹਰਿਦੁਆਰ ਦੇ ਵਿੱਚ ਕਰਵਤਾਰਾ ਲਵਾਇਆ ਕਿ ਖੂਹ ਛਾਲ ਮਾਰੋ, ਸਿੱਧਾ ਸਵਰਗ ਨੂੰ ਜਾਓਗੇ। ਪਰ ਕਿਸੇ ਨੇ ਕੋਈ ਸਵਾਲ ਉਹਨਾਂ ਤੇ ਨਹੀਂ ਉਸ ਵੇਲੇ ਕੀਤਾ, ਕਿਉਂਕਿ ਕਿਸੇ ਕੋਲ ਸੋਝੀ ਨਹੀਂ ਸੀਗੀ। ਇਹ ਤਾਂ ਫਿਰ ਭਗਤਾਂ ਨੇ ਆ ਕੇ ਕਿਹਾ ਜਦੋਂ ਸੋਝੀ ਆਈ ਵੀ ਤੁਸੀਂ ਆਪ ਕਿਉਂ ਨਹੀਂ ਸਵਰਗ ਨੂੰ ਜਾਂਦੇ ਬਈ? ਤੁਸੀਂ ਲੋਕਾਂ ਨੂੰ ਤਾਂ ਪ੍ਰੇਰ ਕੇ ਕਹਿੰਦੇ ਹੋ ਵੀ ਤੁਸੀਂ ਸਾਨੂੰ ਆ ਸਾਰਾ ਕੁਝ ਦਾਨ ਕਰ ਜਾਓ, ਇੱਥੇ ਸੋਨਾ ਜੋ ਕੁਛ ਵੀ ਤੁਹਾਡੇ ਕੋਲ ਜਾਇਦਾਦ ਹੈ, ਖੂਹ 'ਚ ਮਾਰੋ ਛਾਲ, ਸਵਰਗ 'ਚ ਜਾ ਕੇ ਨਿਕਲ ਜਾਓਗੇ। ਕਬੀਰ ਸਾਹਿਬ ਨੇ ਆ ਕੇ ਆਖਿਆ ਵੀ ਇਹਨਾਂ ਦਾ ਆਰਾ ਲਾਇਆ ਹੈ ਉੱਥੇ। ਤੁਸੀਂ ਛਾਲ ਮਾਰਦੇ, ਤੁਸੀਂ ਵੱਢੀ ਜਾਂਦੇ ਹੋ, ਸਿੱਧਾ ਜਾ ਕੇ ਗੰਗਾ 'ਚ ਮਿਲਦਾ। ਬੌਡੀ ਜਾ ਕੇ ਗੰਗਾ ਦੇ ਵਿੱਚ ਰੁੜ ਜਾਂਦਾ ਸਰੀਰ, ਉਹ ਗਾਂ ਮੱਛੀਆਂ ਖਾ ਜਾਂਦੀਆਂ ਨੇ, ਤੁਹਾਨੂੰ ਕੀ ਮਿਲਣਾ ਉੱਥੇ? ਕਹਿੰਦੇ ਤੁਸੀਂ ਇਹਨਾਂ ਨੂੰ ਸਵਾਲ ਕਰੋ ਜਾ ਕੇ, ਪੰਡਤ ਨੂੰ, ਜੋਗੀ ਨੂੰ, ਕਾਜੀ ਨੂੰ, ਮੁੱਲਾ ਨੂੰ ਪੁੱਛੋ ਜਾ ਕੇ ਇਹਨਾਂ ਨੂੰ ਵੀ ਤੁਸੀਂ ਨਹੀਂ ਸਵਰਗ 'ਚ ਜਾਣਾ, ਤੁਸੀਂ ਨਹੀਂ ਹੂਰਾਂ ਦੇ ਸੁੱਖ ਭੋਗਣੇ, ਤੁਸੀਂ ਕਿਉਂ ਹੈ ਮਾਇਆ ਦੇ ਮਗਰ ਪਏ ਹੋ, ਪੈਸੇ ਇਕੱਠੇ ਕਰਦੇ ਫਿਰਦੇ ਹੋ, ਤੁਸੀਂ ਵੀ ਜਾਓ ਫਿਰ ਸਵਰਗ ਨੂੰ। ਜਦੋਂ ਕਬੀਰ ਸਾਹਿਬ ਨੇ ਇਹੋ ਜਿਹਾ ਕੁਝ ਹਰਿਦੁਆਰ 'ਚ ਕਹਿਣਾ ਸ਼ੁਰੂ ਕੀਤਾ, ਫਿਰ ਇੱਕ ਕਬੀਰ ਸਾਹਿਬ ਦੇ ਉਲਟ ਹੋਏ, ਕਹਿੰਦੇ ਜੀ ਇਹ ਤਾਂ ਕੁੱਤਾ ਹੈ, ਕੁੱਤੇ ਵਾਂਗੂ ਭੌਂਕਦਾ। ਕਬੀਰ ਸਾਹਿਬ ਕਹਿੰਦੇ ਬਿਲਕੁਲ ਕੁੱਤਾ, ਇਹ 'ਚ ਕੋਈ ਸ਼ੱਕ ਨਹੀਂ ਹੈ। ਕਬੀਰ ਕੂਕਰ ਰਾਮ ਕੋ ਮੋਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੈ ਖਿੰਚੇ ਤੇ ਜਾਓ। ਪਰ ਮੈਂ ਪਰਮੇਸ਼ਰ ਦਾ ਕੁੱਤਾ, ਮੈਂ ਭੌਂਕੂੰਗਾ, ਔਰ ਮੈਂ ਵੱਢੂੰਗਾ ਵੀ। ਇਕੱਲਾ ਭੌਂਕੂੰਗਾ ਹੀ ਨਹੀਂ,
ਔਰ ਤੁਹਾਨੂੰ ਵੱਢੂੰਗਾ ਵੀ, ਕਿਉਂਕਿ ਤੁਸੀਂ ਪਰਮੇਸ਼ਰ ਦੇ ਨਾਂ ਤੇ ਸਾਰਾ ਕੁਝ ਕਰਦੇ। ਜਦ ਤੁਸੀਂ ਪਰਮੇਸ਼ਰ ਦਾ ਨਾਂ ਛੱਡੋ, ਆਪਣੇ ਵੱਲੋਂ ਕਰੋ, ਫਿਰ ਨਾਂ ਤੁਸੀਂ ਪਰਮੇਸ਼ਰ ਦਾ ਵਰਤਦੇ ਹੋ, ਅਪੱਦਰ ਤੁਸੀਂ ਆਪ ਕਰਦੇ ਹੋ, ਦੂਜਿਆਂ ਦਾ ਰਾਹ ਕਿਉਂ ਖਰਾਬ ਕਰਦੇ ਹੋ? ਇਹ ਮੇਰੇ ਮਨ ਅੱਜ ਵੀ ਇਹੀ ਹਾਲਤ ਹੈ। ਨੌ ਗੁਰਬਾਣੀ ਦਾ, ਨੌ ਗੁਰੂ ਸਾਹਿਬਾਨਾਂ ਦੇ ਐਸ਼ੋ ਇਸ਼ਰਤਾ ਆਪਣੀ ਨਹੀਂ ਕਰਨੀ ਚਾਹੀਦੀ। ਗੁਰਬਾਣੀ ਦਾ ਰਾਹ ਕਿਉਂ ਖਰਾਬ ਕਰਦੇ ਹੋ ਤੁਸੀਂ? ਜੋ ਗੁਰਬਾਣੀ ਕਹਿੰਦੀ ਤੁਸੀਂ ਅਗਲੇ ਨੂੰ ਸਿੱਧਾ ਕਹੋ ਵੀ ਭਾਈ ਜਿੰਨਾ ਕੁ ਸਾਨੂੰ ਪਤਾ, ਬਾਕੀ ਤੁਸੀਂ ਆਪ ਗੁਰਬਾਣੀ ਤੋਂ ਪੁੱਛੋ ਜਾ ਕੇ। ਤੁਸੀਂ ਆਪਣੀ ਬੇਨਤੀ ਗੁਰਬਾਣੀ ਦੇ ਅੱਗੇ ਕਰੋ ਜਾ ਕੇ, ਨਾਮ ਉੱਥੋਂ ਮੰਗੋ ਜਾ ਕੇ, ਡਰਾਓ ਨਾ। ਤਾਂ ਪਾਤਸ਼ਾਹ ਨੇ ਇੱਥੇ ਲਿਖਿਆ, ਦੇ ਦੇ ਲੈਣਾ, ਲੈ ਲੈ ਦੇਣਾ। ਕਹਿੰਦੇ ਪਹਿਲਾਂ ਉਹਨਾਂ ਤੋਂ ਲੈ ਲੈਂਦੇ ਆ ਵੀ ਸਾਨੂੰ ਦਾਨ ਦੇ ਦਿਓ, ਫਿਰ ਉਹਨਾਂ ਨੂੰ ਆਪ ਦਿੰਦੇ ਆ, ਫਿਰ ਉਹਨਾਂ ਨੂੰ ਕਹਿੰਦੇ ਆ ਵੀ ਅਸੀਂ ਦਾਤੇ ਹਾਂ। ਵੀ ਦਾਤਾ ਤਾਂ ਪਹਿਲਾਂ ਉਹ ਹੋ ਗਿਆ ਜਿਹਨੇ ਤੁਹਾਨੂੰ ਕੁਛ ਦਿੱਤਾ, ਉਹਨੂੰ ਭਿਖਾਰੀ ਡਿਕਲੇਅਰ ਕਰਦੇ ਆ, ਆਪ ਗੁਰੂ ਬਣਿਆ ਬੈਠਾ ਪੰਡਤ, ਫਿਰ ਆਪ ਵੰਡਦਾ, ਫਿਰ ਆਪਣੇ ਆਪ ਨੂੰ ਗੁਰੂ ਬਣ ਕੇ, ਦਾਤਾ ਬਣ ਕੇ ਕਹਿੰਦਾ ਵੀ ਦੇਖਿਆ ਮੈਂ ਦਾਨ ਕੀਤਾ। ਤੇ ਜਿਹੜੇ ਗੁਰਮੁਖ ਨੇ ਉਹ ਇਹਨਾਂ ਕਾਰਸਤਾਨੀਆਂ ਨੂੰ ਸਮਝ ਜਾਂਦੇ ਆ ਵੀ ਇਹ ਚਲਾਕੀ ਕਰਦੇ। ਤੇ ਫਿਰ ਪਾਤਸ਼ਾਹੀਆਂ ਨੇ ਆ ਕੇ ਜਾਂ ਭਗਤ ਸਾਹਿਬਾਨਾਂ ਨੇ ਆ ਕੇ ਇਹਨਾਂ ਦੀ ਪੋਲ ਖੋਲੀ ਵੀ ਤੁਸੀਂ ਤਾਂ ਗਲਤ ਕਰਦੇ ਹੋ, ਫਿਰ ਇਹ ਉਹਨਾਂ ਦੇ ਵਿਰੁੱਧ ਚ ਆਏ ਵੀ ਇਹ ਤਾਂ ਸਾਡੀ ਸਾਰੀ ਵਿਚਾਰ ਹੀ ਰੱਦ ਕਰਦਾ। ਕਹਿੰਦੇ ਉੱਤਮ ਮੱਧਮ ਜਾਤੀ ਜਿਨਸੀ ਭਰਮ ਪਵੈ ਸੰਸਾਰ। ਕਹਿੰਦੇ ਆਹ ਕੁਛ ਕਰ ਲਿਆ ਇਹਨਾਂ ਨੇ, ਆਪਣੇ ਆਪ ਨੂੰ ਉੱਤਮ ਡਿਕਲੇਅਰ ਕਰ ਲਿਆ। ਜਿਹੜੇ ਮਾੜੇ ਮੋਟੇ ਲੜਨ ਜਾਣਦੇ ਸੀ ਉਹਨਾਂ ਨੂੰ ਮੱਧਮ ਜਾਤੀ 'ਚ ਗਣ ਲਿਆ ਵੀ ਇਹ ਛੋਟੇ ਨੇ, ਆਪਣੇ ਸੇਵਕ ਬਣਾ ਲਿਆ, ਆਪ ਗੁਰੂ ਬਣ ਗਏ। ਤੇ ਜਾਤੀ ਜਿਨਸੀ, ਸਾਰੀ ਜ਼ਿੰਦਗੀ ਜਾਤ 'ਚ ਨਿਗਾਤੀ ਇਹਨਾਂ ਨੇ, ਸਰੀਰ ਨਾਲ ਹੀ ਜੁੜ ਕੇ ਨਿਗਾਤੀ। ਭਰਮ ਪਵੇ ਸੰਸਾਰ, ਸਾਰਾ ਸੰਸਾਰ ਭਰਮ 'ਚ ਪਾਤਾ। ਆਪ ਦਾ ਭਰਮ 'ਚ ਸੀਗੇ, ਆਪ ਤਾਂ ਜਾਤ ਨਾਲ ਜੁੜੇ ਹੀ ਸੀਗੇ, ਦੂਜਿਆਂ ਨੂੰ ਵੀ ਜਾਤ ਨਾਲ ਜੋੜਤਾ। ਗੁਰਬਾਣੀ ਕਹਿੰਦੀ ਆ, ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ। ਜਾਣਨੀ ਜੋਤ ਸੀ, ਜਾਤ ਤੇ ਲਿਆ ਕੇ ਖੜਾਤਾ। ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ। ਕਹਿੰਦੇ ਜਦੋਂ ਅਸੀਂ ਗੁਰਮੁਖ ਬਣੇ, ਸੁਰਤ ਦੇ ਅੰਦਰ ਇਹ ਗੱਲ ਜਾਗੀ, ਦੂਜੇ ਪਾਤਸ਼ਾਹ ਕੋਲ ਆਏ, ਉਹਨਾਂ ਨੇ ਦੱਸਿਆ ਵੀ ਗੱਲ ਤਾਂ ਆਹ ਹੈ, ਗੁਰਮੁਖੀ ਆ ਗਈ। ਕਹਿੰਦੇ ਜਦੋਂ ਉਹਨਾਂ ਨੇ ਸਾਨੂੰ ਸਾਡੀ ਬੁੱਧੀ ਨੂੰ ਸੁਗਿਆਨ ਬਖਸ਼ਿਆ, ਆਤਮਿਕ ਉਪਦੇਸ਼ ਦਿੱਤਾ, ਆਖੀ ਗੱਲ, ਕਹਿੰਦੇ ਗੁਰਮੁਖੀ ਜਾਤੀ, ਕਹਿੰਦੇ ਫਿਰ ਅਸੀਂ ਉਸ ਗਿਆਨ ਨੂੰ ਆਪਣੇ ਅੰਦਰੋਂ ਜਾਣਿਆ। ਗਿਆਨ, ਉਸ ਗਿਆਨ ਨੂੰ ਜਾਣਿਆ ਤਾਂ ਧਿਆਨ ਵਿੱਚ ਆਈ। ਫਿਰ ਸਾਡੇ ਧਿਆਨ ਵਿੱਚ ਸਾਰੀ ਗੱਲ ਆਈ ਵੀ ਉਹ ਗੱਲ ਤਾਂ ਆਏ ਵੀ ਹੁਣ ਤੱਕ ਦਾ ਵੀ ਜੀਵਨ। ਤਾਂ ਤੀਜੇ ਪਾਤਸ਼ਾਹ ਨੇ ਸਾਰਾ ਕੁਝ ਛੱਡਿਆ ਉਹਨਾਂ ਦਾ। ਫਿਰ ਹੀ ਉਹਨਾਂ ਨੇ ਗੁਰਬਾਣੀ 'ਚ ਇਹ ਗੱਲ ਆਪ ਲਿਖੀ ਕਿ ਪ੍ਰਥਮੇ ਤਿਆਗੈ ਹਉਮੈ ਪ੍ਰੀਤ, ਦੁਤੀਆ ਤਿਆਗੈ ਲੋਗਾਂ ਰੀਤ। ਛੱਡੀ ਹੈ ਕਹਿੰਦੇ ਮੈਂ, ਵੀ ਇਹ ਤਾਂ ਸਾਰਾ ਕੁਛ ਹੀ ਉਲਟ ਹੈ। ਹੁਕਮ ਸਾਜ ਹੁਕਮੇ ਵਿੱਚ ਰੱਖਿਆ, ਹੁਕਮੇ ਅੰਦਰ ਵੇਖਿਆ, ਪਤਾ ਲੱਗ ਗਿਆ ਵੀ ਇਹ ਸਾਰਾ ਕੁਝ ਤਾਂ ਹੁਕਮ ਹੈ। ਹੁਕਮ 'ਚ ਸਾਜ, ਸਾਰੀ ਸ੍ਰਿਸ਼ਟੀ ਤਾਂ ਉਹਨੇ ਹੁਕਮ 'ਚ ਸਾਜੀ ਹੋਈ ਹੈ। ਹੁਕਮੇ ਵਿੱਚ ਰੱਖਿਆ, ਉਹ ਆਪਣੇ ਹੁਕਮ 'ਚ ਤਾਂ ਸਾਰਾ ਕੁਝ ਰੱਖ ਰਿਹਾ। ਹੁਕਮੇ ਅੰਦਰ ਵੇਖਿਆ, ਕਹਿੰਦੇ ਹੁਕਮ ਦੇ ਅੰਦਰ ਹੀ ਹੈ ਸਾਰਾ ਕੁਝ, ਉਹ ਵੇਖਦਾ। ਤੇ ਹੁਣ ਤੀਜੇ ਪਾਤਸ਼ਾਹ ਵੀ ਹੁਕਮ 'ਚ ਨੇ, ਇਹ ਵੀ ਹੁਕਮ 'ਚ ਦੇਖਦੇ। ਤਾਂ ਹੀ ਉਹਨਾਂ ਨੂੰ ਪਤਾ ਲੱਗਿਆ ਵੀ ਅਸਲ ਪਾਪ ਪੁੰਨ ਕੀ ਹੈ ਤੇ ਨਕਲੀ ਪਾਪ ਪੁੰਨ ਕੀ ਹੈ, ਅਸਲੀ ਨਾਮ ਕੀ ਹੈ, ਨਕਲੀ ਕੀ ਹੈ, ਅਸਲੀ ਸੇਵਾ ਕੀ ਹੈ, ਨਕਲੀ ਕੀ ਹੈ, ਅਸਲੀ ਦਾਨ ਕੀ ਹੈ, ਨਕਲੀ ਕੀ ਹੈ। ਸਾਰਾ ਕੁਝ ਅਸਲ ਨਕਲ ਦਾ ਪਤਾ ਉਦੋਂ ਲੱਗਿਆ ਜਦੋਂ ਅਸਲ ਨਾਲ ਜੁੜ ਗਏ, ਹੁਕਮ 'ਚ ਆਏ। ਨਾਨਕ ਅੱਗੋਂ ਹਉਮੈ ਟੁੱਟੈ, ਤਾਂ ਕੋ ਲਿਖੀਏ ਲਿਖ। ਤੀਜੇ ਪਾਤਸ਼ਾਹ ਕਹਿੰਦੇ ਅੱਗੋਂ, ਕਹਿੰਦੇ ਸਭ ਤੋਂ ਪਹਿਲਾਂ ਤਾਂ ਮੈਂ ਹਉਮੈ ਛੱਡੀ, ਅੰਦਰੋਂ ਭਰਮ ਛੱਡਿਆ ਆਪਣਿਓ, ਤੇ ਬਾਹਰੋਂ ਮੈਂ ਛੱਡਤੀ। ਤਾਂ ਕੋ ਲਿਖੀਏ ਲਿਖ, ਕਹਿੰਦੇ ਫੇਰ ਮੈਂ ਲੇਖਾ ਲਿਖਿਆ ਵੀ ਮੈਂ ਤਾਂ ਹੁਕਮ 'ਚ ਚੱਲਣ ਆਇਆ ਹੋਇਆ ਇੱਥੇ। ਪਹਿਲਾਂ ਮਾਇਆ ਦਾ ਲੇਖਾ ਲਿਖਦਾ ਸੀਗਾ, ਪਾਪ ਪੁੰਨ ਮਾਇਆ ਵਾਲਾ ਲਿਖਦਾ ਸੀਗਾ। ਕਹਿੰਦੇ ਉਹ ਮੈਂ ਸਾਰਾ ਕੱਢ ਕੇ ਬਾਹਰ ਰੱਖਦਾ। ਹੁਣ ਮੈਂ ਪਾਪ ਪੁੰਨ ਮੰਨਦਾ ਜ਼ਰੂਰ ਹਾਂ, ਪਰ ਹੁਣ ਦਰਗਾਹ ਵਾਲਾ ਮੰਨਦਾ।
ਹੁਣ ਮੈਂ ਨਾਮ ਜ਼ਰੂਰ ਜਪਦਾ ਪਰ ਦਰਗਾਹ ਵਾਲਾ, ਹੁਣ ਮੈਂ ਸੇਵਾ ਜ਼ਰੂਰ ਕਰਦਾ ਪਰ ਦਰਗਾਹ ਵਾਲੀ, ਹੁਣ ਮੈਂ ਦਾਨ ਜ਼ਰੂਰ ਕਰਦਾ ਪਰ ਦਰਗਾਹ ਵਾਲਾ, ਕਿ ਜਿਹੜਾ ਉੱਥੇ ਜਾ ਕੇ ਪੂਰਾ ਹੋਵੇ। ਨਾਨਕ ਦਾਸ ਮੁਖ ਤੇ ਜੋ ਬੋਲਾ ਇਹਾਂ ਊਹਾਂ ਸੱਚ ਹੋਵੇ। ਕਹਿੰਦੇ ਮੈਂ ਤਾਂ ਹੁਣ ਉਹੀ ਬੋਲਦਾ ਵੀ ਜਿਹੜਾ ਇੱਥੇ ਵੀ ਸੱਚ ਹੈ ਤੇ ਉੱਥੇ ਵੀ ਸੱਚ ਹੈ। ਇਹ ਨਹੀਂ ਵੀ ਇੱਥੇ ਹੀ ਸੱਚ ਹੋਵੇ ਉੱਥੇ ਨਾ ਹੋਵੇ, ਜਾਂ ਉੱਥੇ ਵਾਲਾ ਸੱਚ ਹੋਵੇ ਇੱਥੇ ਝੂਠ ਬੋਲਦੇ ਆ। ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸ ਦਾ ਕਰੀ ਗਿਆਨ ਵੇ ਲਾ ਲੋ। ਹੇ ਮੇਰੇ ਮਨਾ ਉਹੀ ਕੁਛ ਬੋਲ ਜੋ ਪਿੱਛੋਂ ਪਰਮੇਸ਼ਰ ਆਰਡਰ ਕਰਦਾ, ਆਪਣੀ ਮਰਜ਼ੀ ਨਹੀਂ ਕਰ ਸਕਦਾ। ਪੰਨਾ 1243 ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਵੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਬੀਓ, ਜੋ ਬੀਜੈ ਸੋ ਉਗਵੈ ਖਾਂਦਾ ਜਾਣੇ ਜੀਓ। ਕਹਿੰਦੇ ਵੇਦ ਪੁਕਾਰੇ ਪਾਪ ਪੁੰਨ ਪਾਪ ਸੁਰਗ ਨਰਕ ਕਾ ਬੀਓ। ਕਹਿੰਦੇ ਨਰਕ ਸੁਰਗ ਦਾ ਬੀਜ ਹੈ। ਜਿਹੜਾ ਵੇਦ ਆ, ਗਿਆਨੀ ਨੇ ਜਿਹੜੇ ਜਿਨ੍ਹਾਂ ਨੇ ਵੇਦ ਚੋਂ ਪੜ੍ਹ ਕੇ ਸਿਮਰ ਸਾਤਰ ਬਣਾਏ, ਉਹਨਾਂ ਨੇ ਫਿਰ ਪੁਕਾਰੇ, ਉੱਚੀ ਬੋਲੇ ਹੋ, ਉੱਚੀ ਉੱਚੀ ਪ੍ਰਚਾਰ ਕੀਤਾ ਵੀ ਦੇਖੋ ਜੀ ਐਂ ਕਹਿੰਦਾ ਵੇਦ, ਜਿਵੇਂ ਅੱਜ ਸਾਡੇ ਵੀ ਕਹਿੰਦੇ ਆ ਗੁਰੂ ਸਾਹਿਬ ਐਂ ਕਹਿੰਦੇ ਆ। ਤੇ ਗੁਰੂ ਸਾਹਿਬ ਕਹਿੰਦੇ ਕਿਹਨੂੰ ਹੈ? ਤੁਸੀਂ ਨਹੀਂ ਵਿੱਚ ਸ਼ਾਮਲ ਉਹਦੇ। ਸਾਧ ਸੰਗਤ ਜੀ ਗੁਰੂ ਸਾਹਿਬ ਐਂ ਕਹਿੰਦੇ ਆ, ਇਹ ਨਹੀਂ ਕਹਿੰਦੇ ਕਿ ਸਾਧ ਸੰਗਤ ਜੀ ਗੁਰੂ ਸਾਹਿਬ ਆਪਾਂ ਨੂੰ ਐਂ ਕਹਿੰਦੇ ਆ, ਨਹੀਂ, ਆਪ ਬਾਹਰ ਨਿਕਲਦੇ ਆ ਵੀ ਤੁਸੀਂ ਮੂਹਰੇ ਬੈਠੇ, ਤੁਹਾਨੂੰ ਗੁਰੂ ਸਾਹਿਬ ਕਹਿੰਦੇ, ਸਾਨੂੰ ਨਹੀਂ ਕਹਿੰਦੇ, ਸਾਨੂੰ ਬੋਲਣਾ ਵੀ ਨਹੀਂ ਆਉਂਦਾ ਹੈ। ਜਾਂ ਤਾਂ ਇਹ ਗੱਲ ਕਹਿਣ ਵੀ ਸਾਧ ਸੰਗਤ ਜੀ ਆਪਾਂ ਸਾਰੇ ਬੈਠੇ ਹਾਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ, ਗੁਰੂ ਸਾਹਿਬ ਆਪਾਂ ਨੂੰ ਐਂ ਕਹਿੰਦੇ। ਇਹ ਤਾਂ ਸ਼ਬਦ ਹੀ ਨਹੀਂ ਵਰਤਦੇ ਹੋ ਅੱਜ ਦੇ ਧਾਰਮਿਕ ਆਗੂ। ਉਹਦਾ ਕਹਿੰਦੇ ਗੁਰੂ ਸਾਹਿਬ, ਸਾਧ ਸੰਗਤ ਜੀ ਗੁਰੂ ਸਾਹਿਬ ਕਹਿੰਦੇ ਹਨ, ਆਪ ਬਾਹਰ ਨਿਕਲ ਜਾਂਦੇ ਵੀ ਤੁਹਾਨੂੰ ਕਹਿੰਦੇ, ਮੈਨੂੰ ਨਹੀਂ ਕਹਿੰਦੇ। ਕਹਿੰਦੇ ਵੇਦ ਪੁਕਾਰੇ, ਬੜਾ ਉੱਚੀ ਪੁਕਾਰਦੇ ਨੇ। ਪੁੰਨ ਪਾਪ, ਪੁੰਨ ਪਾਪ ਦੀ ਗੱਲ ਕਰਦੇ ਸੰਸਾਰ 'ਚ, ਭਾਈ ਆਹ ਕਰਿਆ ਕਰੋ, ਇਹ ਪੁੰਨ ਨੇ, ਆਹ ਪਾਪ ਹੈ। ਸੁਰਗ ਨਰਕ ਕਾ ਵੀ, ਉਹ ਸੁਰਗ ਤੇ ਨਰਕ ਦਾ ਬੀਜ ਹੈ। ਕਹਿੰਦੇ ਇੱਥੇ ਹੀ ਮਿਲਣਾ। ਕਹਿੰਦੇ ਜੋ ਬੀਜੈ ਸੋ ਉਗਵੈ ਖਾਂਦਾ ਜਾਣੇ ਜੀ। ਉਹ ਕਹਿੰਦੇ ਵੀ ਜਿਹੜਾ ਜਿਹੋ ਜਿਹਾ ਬੀਜ ਲੈਂਦਾ ਉਹਨੂੰ ਉਹ ਜੀ ਖੁਰਾਕ ਮਿਲ ਜਾਂਦੀ ਹੈ। ਜੋ ਕੋਈ ਸੰਸਾਰ 'ਚ ਪੁੰਨ ਕਰਦਾ ਮੁੜ ਕੇ ਫੇਰ ਸੰਸਾਰ 'ਚ ਹੀ ਆ ਜਾਂਦਾ, ਇੱਥੇ ਹੀ ਫੜਨਾ। ਜਿਹੜਾ ਮਾਇਆ ਦਾ ਦਾਨ ਵੀ ਕਰਦੇ ਆ ਨਾ, ਵੀ 70 ਗੁਣਾ ਅੱਗੇ ਮਿਲੋ, ਸੱਚਖੰਡ 'ਚ ਮਾਇਆ ਥੋੜ੍ਹੋ ਜਾਂਦੀ ਹੈ। ਗੁਰਬਾਣੀ ਤਾਂ ਕਹਿੰਦੀ ਹੈ ਇੱਕ ਸਾਰ ਕੇ ਨਾਮ ਬਿਨ ਅੱਗੇ ਲਈਏ ਖੋ। ਉਹਦਾ ਸਾਰਾ ਕੁਝ ਹੀ ਖੋਲ੍ਹਣ ਵੀ ਰੱਖ ਇੱਥੇ ਨਾਮ ਦਿਖਾ। ਕਹਿੰਦਾ ਜੀ ਨਾਮ ਤਾਂ ਹੈ ਨਹੀਂ। ਉਹ ਕਹਿੰਦੇ ਫਿਰ ਵਾਪਸ ਚੱਲ। ਜਾਂ ਇਹ ਨਾਮ ਦਿਖਾਉਂਦਾ ਵੀ ਆਹ ਹੈ ਜੀ, ਉਹ ਫਿਰ ਆਪਣੇ ਸੱਚਖੰਡ ਵਾਲਾ ਦੇਖਦੇ ਆ, ਉਹ ਕਹਿੰਦੇ ਵੀ ਇਹ ਨਹੀਂ, ਨਕਲੀ ਹੈ, ਡੁਪਲੀਕੇਟ ਨਾਮ ਹੈ। ਕਹਿੰਦਾ ਜੀ ਮੈਂ ਤਾਂ ਇੰਨਾ ਜਪਿਆ। ਉਹ ਕਹਿੰਦੇ ਤੈਂ ਜਪਿਆ, ਅਸੀਂ ਤਾਂ ਨਹੀਂ ਤੈਨੂੰ ਕੁਛ ਕਿਹਾ, ਅਸਲੀ ਆਹ ਹੈ, ਆਹ ਦੇਖ। ਲੱਖ ਰੁਪਈਆ ਨੋਟਾਂ ਦਾ ਚੱਕੀ ਫਿਰਦਾ, ਬੈਂਕ ਚਲੇ ਗਿਆ ਨੋਟ ਜਮ੍ਹਾਂ ਕਰਾਉਣੇ, ਉਹ ਕਹਿੰਦੇ ਲਿਆਓ ਜੀ, ਸਾਡਾ ਕੰਮ ਹੀ ਇਹ ਹੈ। ਜਦੋਂ ਨੋਟ ਵਾਲੇ ਕੈਸ਼ੀਅਰ ਨੇ ਦੇਖਿਆ ਨੋਟ, ਉਹ ਕਹਿੰਦੇ ਜੀ ਇਹਦਾ ਡੁਪਲੀਕੇਟ ਨੇ। ਕਹਿੰਦੇ ਜੀ ਡੁਪਲੀਕੇਟ ਕਿੱਥੋਂ ਆ ਗਏ? ਮੈਂ ਤਾਂ ਫਲਾਣੇ ਤੇ। ਉਹ ਕਹਿੰਦੇ ਜੀ ਸਾਨੂੰ ਇਹ ਨਹੀਂ ਪਤਾ ਤੁਸੀਂ ਕਿੱਥੋਂ ਲੈਤੇ ਆ, ਇਹ ਨੋਟ ਡੁਪਲੀਕੇਟ ਆ, ਅਸਲੀ ਨੋਟ ਆ ਹੈ, ਆਹ ਦੇਖੋ। ਉਹ ਕਹਿੰਦੇ ਜੀ ਨਿਸ਼ਾਨੀ ਕੀ ਹੈ ਡੁਪਲੀਕੇਟ ਦੀ? ਕਹਿੰਦਾ ਜੀ ਦੇਖੋ ਇੱਥੇ ਆ ਲਿਖਿਆ, ਇੱਥੇ ਆ ਲਿਖਿਆ, ਅੱਖਰ ਭਾਵੇਂ ਸੇਮ ਲਿਖੇ ਨੇ ਪਰ ਇਹਦੇ ਵਿੱਚ ਘੁੰਡੀ ਪਾਈ ਹੈ, ਇੱਥੇ ਨਹੀਂ ਪਾਈ। ਕਹਿੰਦਾ ਜੀ ਫਿਰ ਇੰਨੀ ਬਰੀਕੀ ਨਾਲ ਤਾਂ ਅਸੀਂ ਕਦੇ ਦੇਖੇ ਨਹੀਂ। ਕਹਿੰਦੇ ਫਿਰ ਤਾਂ ਤੁਸੀਂ ਦੇਖੋ ਨਾ ਜੀ, ਹੁਣ ਤਾਂ ਤੁਹਾਨੂੰ ਪਤਾ ਲੱਗ ਗਿਆ, ਹੁਣ ਤੁਸੀਂ ਚਲੇ ਜਾਓ। ਇਸੇ ਤਰ੍ਹਾਂ ਗੁਰਬਾਣੀ ਜਦੋਂ ਬ੍ਰਹਮ ਗਿਆਨ ਕੋਈ ਵੀ ਪੁਰਖ ਬੋਲਦਾ, ਉਹਦੇ ਬੋਲਣ ਵਿੱਚ ਰਮਜ ਹੁੰਦੀ ਹੈ, ਘੁੰਡੀਆਂ ਹੁੰਦੀਆਂ ਨੇ। ਤਾਂ ਹੀ ਗੁਰਬਾਣੀ 'ਚ ਰਾਮ ਰਾਮ ਤੋਂ ਸਭ ਕਹਿ, ਰਾਮ ਕਹਿਣ ਮੈਂ ਭੇਦ। ਉਹ ਭੇਦ ਕੀ ਹੈ? ਉਹੀ ਤਾਂ ਰਮਜ ਹੈ, ਉਹੀ ਤਾਂ ਸਮਝਣੀ ਸੀ ਵੀ ਭੇਦ ਕੀ ਹੈ। ਇਨ ਅੱਖਰਾਂ ਮੈਂ ਕੋਈ ਗੁਰਮੁਖ ਖੋਜਿਆ, ਫਿਰ ਖੋਜਣਾ ਕੀ ਸੀ? ਤਾਂ ਸਿਰ ਲੇਖ ਨਾ ਹੋਈ, ਫਿਰ ਉਹ ਭਾਣੇ ਤੋਂ ਬਾਹਰ ਹੋ ਮਾਇਆ ਤੋਂ ਬਾਹਰ ਜਾਂਦਾ, ਫਿਰ ਹੁਕਮ 'ਚ ਸਮਾਉਂਦਾ ਜਾ ਕੇ, ਨਹੀਂ ਸਮਾ ਹੀ ਨਹੀਂ ਸਕਦਾ। ਇਹ ਮੇਰੇ ਮਨ ਪਾਤਸ਼ਾਹ ਨੇ ਹਰ ਇੱਕ ਗੱਲ ਤੈਨੂੰ ਸਮਝਾਈ ਹੈ, ਤੂੰ ਮੁੱਕਰ ਨਹੀਂ ਸਕਦਾ। ਸੋ ਜੋ ਬੀਜੈ ਸੋ ਉਗਵੈ ਖਾਂਦਾ ਜਾਣੇ ਜੀਓ। ਜੀਓ ਕਹਿੰਦੇ ਤੈਨੂੰ ਖਾਣਾ ਪੈਣਾ, ਫਿਰ ਜੋ ਤੂੰ ਬੀਜ ਲਿਆ। ਗਿਆਨ ਸਲਾਹੇ ਵੱਡਾ ਕਰ ਸੱਚੋ ਸੱਚਾ ਨਾਮ। ਕਹਿੰਦੇ ਆ ਵੀ ਹੈ। ਕਹਿੰਦੇ ਜੇ ਗਿਆਨ ਸਲਾਹ ਹੈ, ਜੇ ਤੂੰ ਗਿਆਨ ਦੀ ਸਲਾਹ ਨਾਲ ਚੱਲੇ, ਸੋਝੀ ਪ੍ਰਾਪਤ ਕਰ, ਵੱਡਾ ਕਰ
ਸੱਚੋ ਸੱਚਾ ਨਾਮ, ਫਿਰ ਤੂੰ ਆਪਣੇ ਆਪ ਨੂੰ ਵੱਡਾ ਕਰ ਲੇਗਾ, ਤੇਰੀ ਸੋਚ ਵਿਸ਼ਾਲ ਹੁੰਦੀ ਚਲੀ ਜਾਊਗੀ। ਜੇ ਤੂੰ ਗੁਰਬਾਣੀ ਦੀ ਸਲਾਹ ਨਾਲ ਚੱਲੇ, ਸੱਚੋ ਸੱਚਾ ਨਾਮ, ਫਿਰ ਤੈਨੂੰ ਪਤਾ ਲੱਗੀ ਚੱਲਣਾ, ਜਿਵੇਂ ਜਿਵੇਂ ਤੇਰੀ ਸੁਰਤ ਵਿਸ਼ਾਲ ਹੁੰਦੀ ਚਲੀ ਜਾਣੀ ਹੈ, ਤੇਰੇ ਅੰਦਰ ਸੱਚੇ ਨਾਮ ਦਾ ਪ੍ਰਕਾਸ਼ ਹੁੰਦਾ ਚਲੇ ਜਾਣਾ। ਸੱਚ ਬੀਜੈ ਸੱਚ ਉਗਵੈ, ਕਹਿੰਦੇ ਬੀਜ ਇਹ ਵੀ ਹੈ, ਇਹ ਸੱਚ ਦਾ ਉਹ ਝੂਠ ਦਾ। ਸੱਚ ਬੀਜੈ ਸੱਚ ਉਗਵੈ, ਕਹਿੰਦੇ ਜਿਹੋ ਜਿਹਾ ਬੀਜੇਗਾ ਉਹ ਜਿਹਾ ਹੋਣਾ, ਜੈਸਾ ਬੀਜੇ ਸੋ ਲੋਣਾ ਕਰਮਾ ਸੰਦਲਾ। ਤੇਰੀ ਸੋਚ ਤੇ ਨਿਰਭਰਤਾ ਵੀ ਤੂੰ ਕੀ ਕਰਨਾ। ਦਰਗਹਿ ਪਾਈਐ ਥਾਉ, ਕਿ ਸੱਚਖੰਡ ਵਿੱਚ ਥਾਂ ਹੈਗੀ, ਭਾਵ ਕਿ ਹਿਰਦੇ 'ਚ ਸਦਾ ਲਈ ਟਿਕ ਜਾਏਗਾ। ਵੇਦ ਵਪਾਰੀ ਗਿਆਨ ਰਸ ਕਰਮੀ ਪੱਲੇ ਹੋਏ, ਕਹਿੰਦੇ ਜਿਹੜਾ ਵੇਦ ਵਪਾਰੀ ਹੈ, ਭਾਵ ਕਿ ਸੱਚ ਦੇ ਗਿਆਨ ਨੂੰ ਦਾ ਵਪਾਰ ਕਰਦਾ ਹੈ, ਉਹਦੀ ਜਿਹੜੀ ਰਾਸ਼ੀ ਹੈ ਉਹ ਕੀ ਹੈ, ਕਰਮੀ ਪੱਲੇ ਹੋਏ। ਉਹਦੇ ਪੱਲੇ ਵਿੱਚ ਕੀ ਹੁੰਦੀ ਹੈ, ਬਖਸ਼ਿਸ਼। ਕਰਮੀ ਹੁੰਦੀ ਹੈ ਬਖਸ਼ਿਸ਼, ਨਦਰ, ਹੁਕਮ, ਭਾਣਾ। ਨਾਨਕ ਰਾਸੀ ਬਾਹਰਾ ਲੱਦ ਨਾ ਚੱਲਿਆ ਕੋਈ। ਤੀਸਰੇ ਪਾਤਸ਼ਾਹ ਨਾਨਕ ਜੀ ਕਹਿੰਦੇ ਇਸ ਰਾਸ਼ੀ ਤੋਂ ਬਿਨਾਂ, ਇਸ ਨਾਮ ਧਨ ਤੋਂ ਬਿਨਾਂ ਲੱਦ ਨਾ ਚੱਲਿਆ ਕੋਈ। ਕਹਿੰਦੇ ਜਿੰਨਾ ਚਿਰ ਇਹ ਨਾਮ ਧਨ ਹਿਰਦੇ ਵਿੱਚ ਨਹੀਂ ਰੱਖਿਆ ਜਾਂਦਾ, ਉਨਾ ਚਿਰ ਸੱਚਖੰਡ ਵਾਲੇ ਪਾਸੇ ਨੂੰ ਜਾ ਹੀ ਨਹੀਂ ਹੁੰਦਾ। ਨਾਮ ਦੇ ਭਾਰ ਦੇ ਨਾਲ ਹੀ ਰੁੜ ਕੇ ਜਾਂਦੀ ਹੈ ਜੀਵ ਆਤਮਾ ਉੱਧਰ ਨੂੰ, ਨਹੀਂ ਇੱਕ ਕਦਮ ਵੀ ਨਹੀਂ ਪੁੱਟ ਸਕਦੀ ਉੱਧਰ ਨੂੰ। ਸੋ ਤਾਂ ਪਾਤਸ਼ਾਹ ਨੇ ਇੱਥੇ ਬਚਨ ਲਿਖਿਆ। ਉਸ ਤੋਂ ਅੱਗੇ ਪਾਤਸ਼ਾਹ 898 ਪੰਨੇ ਉੱਪਰ ਵੀ ਕਹਿੰਦੇ ਆ, ਰਾਮਕਲੀ ਮਹੱਲਾ ਪੰਜਵਾਂ, ਜੋ ਛੂਟੋ ਤੋ ਜਾਏ ਪਿਆਲ, ਜਿਉ ਕਾਢਿਓ ਤੋ ਨਦਰ ਨਿਹਾਲ, ਪਾਪ ਪੁੰਨ ਹਮਰੇ ਵਸ ਨਾਹੇ, ਰਸਕ ਰਸਕ ਨਾਨਕ ਗੁਣ ਗਾਏ। ਕਹਿੰਦੇ ਜੋ ਛੂਟੋ ਤੋ ਜਾਏ ਪਿਆਲ, ਜਿਉ ਕਾਢਿਓ ਤੋ ਨਦਰ ਨਿਹਾਲ, ਜਦੋਂ ਕਹਿੰਦੇ ਭਾਣੇ ਤੋਂ ਬਾਹਰ ਹੋਇਆ ਤੋ ਜਾਏ ਪਿਆਲ, ਕਹਿੰਦੇ ਭਵ ਸਾਗਰ ਚ ਆ ਗਿਆ। ਜੋ ਕਾਢੋ ਤੋ ਨਦਰ ਨਿਹਾਲ, ਕਹਿੰਦੇ ਜੇ ਤੂੰ ਭਾਣੇ ਦੇ ਵਿੱਚ ਰੱਖ ਲਵੇਂ, ਮਾਇਆ ਦੇ ਵਿੱਚੋਂ ਆਪਣੇ ਆਪ ਨੂੰ ਕੱਢ ਲਵੇਂ, ਤਾਂ ਫਿਰ ਨਦਰ ਨਿਹਾਲ ਵੀ ਹੋ ਸਕਦਾ, ਪ੍ਰਸੰਨਤਾ ਵੀ ਹੋ ਸਕਦੀ ਹੈ। ਜਦੋਂ ਇਹ ਭਾਣੇ ਚ ਵਿੱਚ ਜਾਂਦਾ ਹੈ, ਫਿਰ ਇਹਦੀ ਭਾਸ਼ਾ ਵੀ ਬਦਲਦੀ ਹੈ। ਫਿਰ ਕੀ ਕਹਿੰਦਾ, ਪਾਪ ਪੁੰਨ ਹਮਰੇ ਵਸ ਨਾ, ਉਹ ਕਹਿੰਦਾ ਵੀ ਸਾਡੇ ਵਸ ਨਹੀਂ ਹੈਗਾ, ਜਿਹੜਾ ਸੰਸਾਰ 'ਚ ਪਾਪ ਪੁੰਨ ਉਹ ਸਾਡੇ ਵਸ ਹੈ ਹੀ ਨਹੀਂਗਾ, ਕਿਉਂਕਿ ਕਰਵਾ ਤਾਂ ਤੂੰ ਰਿਹਾ। ਫਿਰ ਇਹਨਾਂ ਨੂੰ ਪਿੱਛੇ ਹੁਕਮ ਦਿਸ ਜਾਂਦਾ ਵੀ ਹੋ ਤਾਂ ਸਾਰਾ ਕੁਛ ਹੁਕਮ ਰਿਹਾ, ਫਿਰ ਮੈਂ ਕਿਉਂ ਮੰਨਾਂ ਵੀ ਮੇਰੇ ਤੋਂ ਕੁਛ ਹੋ ਰਿਹਾ। ਰਸਕ ਰਸਕ ਨਾਨਕ ਗੁਣ ਗਾਏ, ਨਾਨਕ ਜੀ ਕਹਿੰਦੇ ਅਸੀਂ ਤਾਂ ਰਸ ਲੈਂਦੇ ਹਾਂ, ਅਸੀਂ ਤਾਂ ਗੁਣ ਗਾਉਂਦੇ ਹਾਂ, ਜੋ ਤੂੰ ਭਾਣਾ ਵਰਤਾਉਣਾ ਅਸੀਂ ਉਹਦੇ ਵਿੱਚ ਹੀ ਖੁਸ਼ ਹਾਂ। ਅਸੀਂ ਨਹੀਂ ਕਹਿੰਦੇ ਵੀ ਆਹ ਮਾੜਾ ਕੀਤਾ, ਅਸੀਂ ਕਹਿੰਦੇ ਠੀਕ ਹੈ, ਇਹ ਵੀ ਤੇਰੀ ਰਜ਼ਾ ਹੈ, ਐਵੇਂ ਹੋਣਾ ਚਾਹੀਦਾ ਸੀ। ਅਸੀਂ ਕਦੇ ਵੀ ਭਗਤ ਸਾਹਿਬਾਨ ਨਾਨਕ ਜੀ ਕਹਿੰਦੇ ਅਸੀਂ ਕਦੇ ਨਹੀਂ ਆਪਣੇ ਮੂੰਹੋਂ ਇਹ ਗੱਲ ਆਖਾਂਗੇ ਵੀ ਆਹ ਤੂੰ ਮਾੜਾ ਕੀਤਾ, ਜਾਂ ਇਹਨੂੰ ਬਦਲ, ਜਾਂ ਇਹਨਾਂ ਜੀਵਾਂ ਤੇ ਤਰਸ ਖਾ, ਕਦੇ ਨਹੀਂ ਕਹਿੰਦੇ। ਕਈ ਬਚਨਾਂ ਤੋਂ ਸਾਨੂੰ ਲੱਗਦਾ ਵੀ ਜੇਤਾ ਸਮੁੰਦ ਸਾਗਰ ਨਹੀਂ ਭਰਿਆ, ਨਹੀਂ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਬਾਰੇ ਉੱਭਰੇ ਤੇ ਲਿਓ ਵਾਰ। ਉੱਥੋਂ ਸਾਨੂੰ ਲੱਗਦਾ ਵੀ ਸ਼ਾਇਦ ਉਹ ਪਾਤਸ਼ਾਹ ਇਹ ਗੱਲ ਕਹਿੰਦੇ, ਉਹ ਕਹਿੰਦੇ ਜਗਤ ਜਲੰਦਾ ਰੱਖ ਲੈ। ਜੀਵ ਨੂੰ ਇਹ ਉਪਦੇਸ਼ ਦਿੱਤਾ ਹੋਇਆ ਵੀ ਤੇਰੇ ਅੰਦਰ ਜਿਹੜਾ ਜਗ, ਹਿਰਦੇ ਦੇ ਅੰਦਰ ਜਿਹੜੀ ਜੋਤ ਹੈ ਤੇਰੀ, ਉਹ ਜਲੰਦਾ, ਉਹ ਜਲਦੀ ਹੈ ਤ੍ਰਿਸ਼ਨਾ ਦੀ ਅੱਗ ਨਾਲ, ਰੱਖ ਲੈ, ਤੇਰੇ ਕੋਲ ਸਮਾਂ ਹੈ, ਇਹਨੂੰ ਬਚਾ ਲੈ, ਆਪਣੀ ਕਿਰਪਾ ਧਾਰ। ਕਹਿੰਦੇ ਆਪਣੀ ਸੋਚ ਬਦਲ, ਕਹਿੰਦੇ ਤੇਰੇ ਕੋਲ ਗੁਰਬਾਣੀ ਹੈ, ਤੂੰ ਗੁਰਬਾਣੀ ਤੋਂ ਸੋਝੀ ਲੈ, ਆਪਣੀ ਇੱਛਾ ਤਾਂ ਕਰ, ਗੁਰਬਾਣੀ ਤਾਂ ਫਿਰ ਤੈਨੂੰ ਆਪ ਹੀ ਕਰੂਗੀ। ਪਹਿਲਾਂ ਆਪਣਾ ਮਨ ਤਾਂ ਮਨਾ ਨਾ। ਜਿੱਤ ਦੁਆਰੇ ਉੱਭਰਾ, ਫਿਰ ਤੈਨੂੰ ਪਤਾ ਲੱਗ ਜੂ ਵੀ ਕਿਹੜਾ ਦੁਆਰਾ ਵੀ ਜਿੱਤ ਤੂੰ ਪਾਰ ਜਾਣਾ। ਤੇ ਲਿਓ ਅਵਾਰ, ਕਹਿੰਦੇ ਵੀ ਤੂੰ ਬਾਹਰ ਚਲੇ ਹੀ ਜਾਏਗਾ ਜਦੋਂ ਤੈਨੂੰ ਪਤਾ ਹੀ ਲੱਗ ਗਿਆ, ਪਰ ਤੂੰ ਤਾਂ ਮੰਨਦਾ ਹੀ ਨਹੀਂ ਇਸ ਗੱਲ ਨੂੰ। ਸੋ ਪਾਪ ਪੁੰਨ ਹਮਰੇ ਵਸ ਨਾ, ਇਹ ਕਹਿੰਦੇ ਵੀ ਸਾਡੇ ਵਸ ਨਹੀਂ ਹੈ ਪਾਪ। ਰਸਕ ਰਸਕ ਨਾਨਕ ਗੁਣ ਗਾਏ, ਅਸੀਂ ਤਾਂ ਰਸ ਲੈ ਕੇ ਤੇਰੇ ਗੁਣ ਗਾਉਂਦੇ ਹਾਂ, ਤੇਰੀ ਰਜ਼ਾ ਵਿੱਚ ਚੱਲਦੇ ਹਾਂ, ਤੇਰਾ ਭਾਣਾ ਮੰਨਦੇ ਹਾਂ, ਪ੍ਰਸੰਨ ਹੈ ਇਸ ਤੋਂ। ਸੋ ਗੁਰਮੁਖ ਸਦਾ ਹੀ ਪ੍ਰਸੰਨ ਹੋ ਕੇ ਵਿਚਰਦਾ ਹੈ।